ਕਿ ਐਫਸੀਆਈ ਨੂੰ ਤਾਂ ਇੱਕ ਆਰਡਰ ਕੱਢ ਦਿੱਤਾ ਕਿ ਤੂੰ ਐਂ ਕਰ ਦੇ, ਕਦੇ ਪ੍ਰੈਕਟੀਕਲ ਥੱਲੇ ਆ ਕੇ ਦੇਖਿਆ ਕਿ ਉਹਦੇ ਹਾਲਾਤ ਕੀ ਆ। ਇਹ ਇਹੋ ਜੀ ਖੇਡ ਖੇਡੀ ਜਾ ਰਹੀ ਹੈ ਕਿ ਆਪਾਂ ਇਹਨਾਂ ਨੂੰ ਦਬਾਉਣਾ ਕਿਵੇਂ ਆ। ਮੈਂ ਤਾਂ ਇਹ ਕਹਾਂ ਕਿਤੇ ਨਾ ਕਿਤੇ ਅੰਦੋਲਨ ਨਾਲ ਜੋੜ ਕੇ ਦੇਖਿਆ ਜਾ ਰਿਹਾ। ਇਹਦਾ ਰਿਕਾਰਡ ਮੰਗ ਲਿਆ ਸਰਕਾਰ ਨੇ, ਐਫਸੀਆਈ ਨੇ ਕਿਹਾ ਕਿ ਇਹਦਾ ਰਿਕਾਰਡ ਦਿਓ। ਇਹਨਾਂ ਦੇ ਕੋਲ ਰਿਕਾਰਡ ਤਾਂ ਹੈ ਨਹੀਂ, ਨਾ ਤਾਂ ਸ਼ਾਇਦ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਮਾਲਕ ਨੇ ਜ਼ਮੀਨਾਂ ਦੇ ਉਹ ਰਿਕਾਰਡ ਹੀ ਦੇਣਗੇ, ਤੇ ਇਹਨਾਂ ਦੀ ਫਸਲਾਂ ਦੀ ਅਦਾਇਗੀ ਹੋਵੇਗੀ ਕਿਵੇਂ ਫਿਰ ਇਸ ਵਾਰ? ਇਹ ਤਾਂ ਇੱਕ ਪਾਲਿਸੀ ਹੈ ਬਈ ਇਹਨਾਂ ਨੂੰ ਬਰਬਾਦ ਕਿਵੇਂ ਕਰਨਾ। ਬਹੁਤੇ ਲੋਕ ਇਦਾਂ ਨੇ ਜਿਨ੍ਹਾਂ ਵਿਚਾਰਿਆਂ ਦੀ ਜਾਇਦਾਦ ਨਾ ਨਹੀਂ ਹੋਈ। ਕਈ ਕਿਸਾਨ ਇਦਾਂ ਦੇ ਨੇ, ਪਹਿਲਾਂ ਵਿਚਾਰੇ ਉਹ ਥੋੜੀ ਪੈਲੀ ਹੁੰਦੀ ਹੈ, ਉਹ ਖਰਚੇ ਦੇ ਮਾਰੇ ਹੀ ਨਹੀਂ ਨਾਵੇਂ ਕਰਾਉਂਦੇ। ਉਹ ਕਹਿੰਦੇ ਯਾਰ ਚੱਲੀ ਜਾਂਦੀ ਪੀੜ੍ਹੀ ਦਰ ਪੀੜ੍ਹੀ। ਇਹ ਬਹੁਤ ਵੱਡੀ ਸਮੱਸਿਆ ਆਉਣ ਵਾਲੀ ਆ। ਨਾ ਕਹਤਾ ਕਿ ਜਿਹਦੇ ਨਾਂ ਦੇ ਉੱਪਰ ਜ਼ਮੀਨ ਹੈ, ਜਿਹਦੀ ਰਿਕਾਰਡ ਅਪਲੋਡ ਕਰੇਗਾ ਉਹਨੂੰ ਅਦਾਇਗੀ ਹੋਏਗੀ, ਅਦਰਵਾਈਜ਼ ਨਹੀਂ ਹੋਏਗੀ। ਨਹੀਂ ਹੋਏਗੀ। ਇਹ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ। ਮੈਂ ਤਾਂ ਇਹ ਕਹਾਂਗਾ ਕਿ ਬਹੁਤ ਸ਼ਾਤਰ ਦਿਮਾਗ ਜਿਹੜਾ ਨਾ ਕੋਈ, ਉਹਨੇ ਬੈਠ ਕੇ ਇਹ ਜਿਹੜਾ ਇਹਨੇ ਬਣਾਇਆ, ਇਹ ਆਰਡਰ ਬਣਾਇਆ ਔਰ ਥੋਪ ਦਿੱਤਾ ਗਿਆ। ਇਹ ਬੜੀ ਖਤਰਨਾਕ ਹੋਣੀ ਹੈ। ਮੰਨ ਲਓ ਪੇਮੈਂਟ ਰੁਕ ਜਾਂਦੀ, ਸਰਕਾਰਾਂ ਦੀਆਂ ਪਾਲਿਸੀਆਂ ਹੁੰਦੀਆਂ ਕਿ ਰੋਕ ਦਿਓ ਥੋੜਾ ਜਿਹਾ। ਕਿਸਾਨ ਅਗਲੀ ਫਸਲ ਲਈ ਲੇਬਰ ਕਿੱਥੋਂ ਦੋ, ਹੈ ਨਾ? ਕਿਸਾਨ ਅਗਲੀ ਫਸਲ ਲਈ ਬੀਜ ਕਿੱਥੋਂ ਲੈ ਕੇ ਆਊ? ਕਿਸਾਨਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਐਮਐਸਪੀ ਦੇ ਉੱਪਰ ਕਾਨੂੰਨ ਬਣਾਇਆ ਜਾਵੇ ਤਾਂ ਜੋ ਫਸਲਾਂ ਦੀ ਜਿਹੜੀ ਖਰੀਦ ਹੈ ਉਹ ਐਮਐਸਪੀ ਦੇ ਉੱਪਰ ਆਸਾਨੀ ਦੇ ਨਾਲ ਹੋ ਸਕੇ। ਇਸੇ ਵਿਚਾਲੇ ਹੁਣ ਐਫਸੀਆਈ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ। ਐਫਸੀਆਈ ਨੇ ਕਿਹਾ ਕਿ ਐਮਐਸਪੀ ਦੇ ਉੱਪਰ ਜਿਹੜੀਆਂ ਫਸਲਾਂ ਦੀ ਖਰੀਦ ਹੋਵੇਗੀ ਉਸ ਦੀ ਅਦਾਇਗੀ ਕਿਸਾਨਾਂ ਨੂੰ ਇਸ ਵਾਰ ਸਿੱਧੇ ਕਿਸਾਨਾਂ ਦੇ ਅਕਾਊਂਟ ਦੇ ਵਿੱਚ ਕੀਤੀ ਜਾਵੇਗੀ। ਪਰ ਇਸ ਦੇ ਨਾਲ ਹੀ ਕੁਝ ਸ਼ਰਤਾਂ ਐਫਸੀਆਈ ਦੇ ਵੱਲੋਂ ਰੱਖੀਆਂ ਗਈਆਂ ਨੇ ਕਿ ਜੇਕਰ ਸਿੱਧੀ ਅਦਾਇਗੀ ਕਿਸਾਨਾਂ ਦੇ ਅਕਾਊਂਟ ਦੇ ਵਿੱਚ ਕੀਤੀ ਜਾਵੇਗੀ ਤਾਂ ਕਿਸਾਨਾਂ ਦੀ ਜ਼ਮੀਨ ਦਾ ਰਿਕਾਰਡ ਜਿਹੜਾ ਕਿਸਾਨਾਂ ਨੂੰ ਅਪਲੋਡ ਕਰਨਾ ਹੋਵੇਗਾ। ਇਸ ਨੂੰ ਲੈ ਕੇ ਹੁਣ ਕਈ ਸਵਾਲ ਖੜੇ ਹੋ ਰਹੇ ਨੇ, ਕਿਉਂਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਠੇਕੇ ਤੇ ਲੈ ਕੇ ਫਸਲਾਂ ਬੀਜਦੇ ਨੇ ਜਿਨ੍ਹਾਂ ਦੇ ਨਾਮ ਦੇ ਉੱਪਰ ਜਿਹੜਾ ਜ਼ਮੀਨ ਦਾ ਰਿਕਾਰਡ ਨਹੀਂ ਹੈਗਾ। ਇਸ ਤਰੀਕੇ ਦੇ ਕਈ ਸਵਾਲ ਹੈਗੇ ਨੇ ਜਿਸ ਦੇ ਨਾਲ ਜਿਹੜਾ ਸਰਕਾਰ ਨੂੰ ਕਟਹਿਰੇ ਦੇ ਵਿੱਚ ਜਿਹੜਾ ਖੜਾ ਕੀਤਾ ਜਾ ਰਿਹਾ ਹੈ। ਇਹਨਾਂ तमाम ਸਵਾਲਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜਲੰਧਰ ਛਾਉਣੀ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਭੁਪਿੰਦਰ ਸਿੰਘ ਸਮਰਾ ਮੌਜੂਦ ਹੈਗੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, तमाम ਸਵਾਲਾਂ ਤੋਂ ਉਹਨਾਂ ਤੋਂ ਜਵਾਬ ਲਵਾਂਗੇ। ਸਮਰਾ ਸਾਹਿਬ, ਸਵਾਗਤ ਹੈ ਪਹਿਲਾਂ ਟੀਵੀ ਪੰਜਾਬ ਤੇ। ਥੈਂਕ ਯੂ ਵੈਰੀ ਮਚ। ਜੀ ਆਇਆਂ ਨੂੰ। ਬੜੀ ਖੁਸ਼ੀ ਹੁੰਦੀ ਕਿ ਤੁਸੀਂ, ਕਿਉਂਕਿ ਜਦੋਂ ਸਾਡਾ ਮੀਡੀਆ ਆਉਂਦਾ ਨਾ ਉਦੋਂ ਚਾਅ ਬੜਾ ਚੜ੍ਹਦਾ, ਕਿਉਂਕਿ ਉਹ ਦੂਜਿਆਂ ਨੂੰ ਆਪਾਂ ਦੇਖ ਲਿਆ। ਜਦੋਂ ਘਰ ਦਾ ਹੈ ਨਾ ਕਿਤੇ ਘਰ ਨੂੰ ਸਵਾਰਨ ਲੱਗ ਜਾਏ ਉਦੋਂ ਘਰ ਸੋਹਣਾ ਬਹੁਤ ਬਣ ਜਾਂਦਾ। ਸੋ ਜੀ ਆਇਆਂ ਨੂੰ। ਅੱਛਾ, ਮੈਂ ਪਹਿਲਾ ਸਵਾਲ ਇਹਦੇ ਤੇ ਰੱਖਦਾ। ਤੁਹਾਨੂੰ ਵੀ ਲੈਟਰਾਂ ਸ਼ਾਇਦ ਆ ਗਈਆਂ ਹੋਣਗੀਆਂ ਐਮਸੀਆਈ ਦੇ ਵੱਲੋਂ। ਇਹ ਮੋਟੇ ਤੌਰ ਤੇ ਪਹਿਲਾਂ ਸਮਝਾ ਦਿਓ ਕਿ ਇਸ ਵਾਰ ਜਿਹੜੀ ਫਸਲਾਂ ਦੀ ਅਦਾਇਗੀ ਕਿੱਦਾਂ ਹੋਵੇਗੀ? ਦੇਖੋ, ਜਿਹੜਾ ਐਫਸੀਆਈ ਨੇ ਕੀਤਾ ਹੈਗਾ ਵੀ ਜਿਹੜੀ ਕਿਸਾਨਾਂ ਨੂੰ ਸਿੱਧੀ ਪੇਮੈਂਟ ਦੇਣੀ ਆ। ਮੈਂ ਚੇਅਰਮੈਨ ਤੋਂ ਪਹਿਲਾਂ ਕਿਸਾਨ ਹੈ, ਕਿਉਂਕਿ 4 ਏਕੜ ਸਾਡੀ ਜ਼ਮੀਨ ਹੈ ਘਰ ਦੀ, ਅਤੇ ਮੈਂ 2 ਬ੍ਰਦਰ ਹਾਂ। ਹੁਣ ਅਸੀਂ ਆਪ ਖੁਦ ਠੇਕੇ 'ਤੇ ਲੈ ਕੇ ਬੋਹਨੇ ਹਾਂ। ਮੈਨੂੰ ਇਹ ਦੱਸਿਓ ਵੀ ਠੇਕੇ ਵਾਲਾ ਰਿਕਾਰਡ ਕਿੱਥੇ ਦੇਵੇਗਾ ਕਿਸਾਨ? ਨੰਬਰ 2 'ਤੇ ਗੱਲ ਆ ਗਈ ਅਤੇ ਮੈਂ 1% ਮੰਨ ਲੈਂਦੇ ਕਿ ਉਹਨੇ ਰਿਕਾਰਡ ਦੇ ਦਿੱਤਾ, ਉਹ ਪੇਮੈਂਟ ਤੱਕ ਉਹਦੇ ਖਾਤੇ 'ਚ ਚੱਲ ਗਈ। ਉਹ ਜਦੋਂ 2 ਸਾਲਾਂ ਬਾਅਦ NRI ਬਾਹਰੋਂ ਆਇਆ, ਜਦ ਤੱਕ ਪੈਸੇ ਆ, ਜਦ ਤੱਕ ਮੈਨੂੰ ਲੱਗਦਾ ਕਿਸਾਨ ਸੁਸਾਈਡ ਕਰ ਜੂ, ਕਿਉਂਕਿ ਅੱਜ ਸਾਮਾਂ ਤਾਂ ਪਹਿਲਾਂ ਹੀ ਸਰਦਾ। ਅਤੇ ਕਿਤੇ ਨਾ ਕਿਤੇ ਇਹ ਇੱਕ ਤਰੀਕਾ ਆ ਕਿਸਾਨੀ ਨੂੰ ਦੱਬਣ ਦਾ, ਔਰ ਬਹੁਤ ਬੁਰਾ ਤਰੀਕਾ ਆ। ਅਗਰ ਇਹ ਇਸੇ ਤਰ੍ਹਾਂ ਤਰੀਕੇ ਅਪਣਾਉਂਦੇ ਰਹੇ, ਕਿਸਾਨੀ ਤਾਂ ਪਹਿਲਾਂ ਹੀ ਖਤਮ ਹੈ, ਕਿਉਂਕਿ ਬੇਸਿਕ ਲੋੜ ਜਿਹੜੀ ਸਾਡੀ ਉਹ ਫੂਡ ਹੈ। ਅਤੇ ਜੇ ਫੂਡ ਲੋੜ ਹੈ ਤਾਂ ਆਪਾਂ ਕਮ ਸੇ ਕਮ ਫੂਡ ਜਿਹੜਾ ਪੈਦਾ ਕਰਨ ਵਾਲਾ ਬੰਦਾ ਉਹਨੂੰ ਤਾਂ ਜਿੰਦਾ ਰੱਖ ਲਈਏ। ਇਹ ਤਰੀਕੇ ਅਪਣਾਏ ਜਾ ਰਹੇ ਨੇ ਕਾਰਪੋਰੇਟ ਨੂੰ ਮਜ਼ਬੂਤ ਕਰਨ ਦੇ। ਦੇਖੋ, ਮੈਂ ਤਾਂ ਖੁੱਲ੍ਹ ਕੇ ਬੋਲਦਾ ਇਸ ਗੱਲ 'ਤੇ, ਕਿਉਂਕਿ ਜਿਹੜਾ ਆੜ੍ਹਤੀਆ ਆ ਨਾ ਜਾਂ ਕਿਸਾਨ ਹੈ, ਉਹ ਇੱਕ ਰਿਸ਼ਤੇਦਾਰ ਨੇ ਇੱਕ ਦੂਜੇ ਦੇ। ਕਿਉਂਕਿ ਮੈਨੂੰ ਯਾਦ ਹੈ, ਅਸੀਂ ਛੋਟੇ ਛੋਟੇ ਹੁੰਦੇ ਸੀ, ਮੇਰੇ ਫਾਦਰ ਸਾਹਿਬ ਨੇ ਕਿਤੇ ਅੱਧੀ ਰਾਤ ਨੂੰ ਕੋਈ ਬਿਮਾਰ ਹੋ ਜਾਣਾ ਨਾ, ਅਤੇ ਉਹਨੇ ਕਹਿਣਾ ਆੜ੍ਹਤੀਏ ਨੂੰ ਸੁਨੇਹਾ ਦੇਣਾ ਸਾਈਕਲ 'ਤੇ ਜਾ ਕੇ ਵੀ ਫਲਾਨਾ ਸਾਡਾ ਬਿਮਾਰ ਹੋ ਗਿਆ, ਦੇਈਂ ਪੈਸੇ। ਉਸ ਵੇਲੇ ਉਹ ਪੈਸੇ ਦਿੰਦਾ ਸੀ ਤਾਂ ਕੰਮ ਚੱਲਦਾ ਸੀ। ਹੁਣ ਮੈਨੂੰ ਇਹ ਦੱਸੋ, ਉਹਦੇ ਪੈਸੇ ਤਾਂ ਮੈਂ ਮੰਨ ਲੈਣਾ ਅਕਾਊਂਟ 'ਚ ਆ ਗਿਆ 1%। ਉਹ ਤੋਂ ਬਾਅਦ ਸਾਡੀਆਂ ਲੋੜਾਂ ਤਾਂ ਬਹੁਤੀਆਂ ਨੇ, ਕਿਉਂਕਿ ਖੇਤੀ ਦੀ ਉਪਜ ਤਾਂ ਉਹ ਨਹੀਂ ਹੈ ਹੀ ਨਹੀਂ। ਕਿਉਂਕਿ ਜਦੋਂ ਤੁਸੀਂ, ਮੈਂ ਕਹਿੰਦਾ 1970 ਦੇ ਇਰਦ ਗਿਰਦ ਚੱਲੀਏ ਆਪਾਂ ਪਿਛਾਂ ਨੂੰ, ਅਤੇ ਜਦੋਂ ਉਸ ਲੈਵਲ 'ਤੇ ਲਾਈਏ ਤਾਂ ਸਾਡੀ ਤਾਂ ਸਾਰੀ 27-28 ਗੁਣਾ ਰੇਟ ਵਧਿਆ ਫਸਲ ਦਾ। ਅਤੇ ਜੇ ਸਰਕਾਰੀ ਨੌਕਰੀ ਦਾ ਲਾ ਲਈਏ 150 ਗੁਣਾ ਵੱਧ ਗਿਆ। ਉਸ ਹਿਸਾਬ ਨਾਲ ਕਿਸਾਨ ਤਾਂ ਥੱਲੇ ਗਿਆ ਨਾ। ਇਹਦਾ ਮਤਲਬ ਉਹ ਵਿਚਾਰਾ ਕੰਮ ਤਾਂ ਕਰਦਾ ਪਰ ਉਹਨੂੰ ਪੂਰਾ ਮੁੱਲ ਨਹੀਂ ਮਿਲਦਾ। ਹੁਣ ਮੰਨ ਲਓ ਮੈਂ ਕਹਿੰਦਾ ਕਿ ਮੈਂ ਹੀ ਬਿਮਾਰ ਹੋ ਜਾਂਦਾ, ਨਾ ਤਾਂ ਮੇਰੀ ਵਾਈਫ ਕੋਲ ਇੰਨੀ ਹਿੰਮਤ ਹੈਗੀ ਕਿ ਪੈਸੇ ਕੋਲ ਨੇ, ਅਤੇ ਨਾ ਮੇਰੇ ਪੇਰੈਂਟਸ ਕੋਲ। ਉਹ ਕਿੱਥੇ ਜਾਊਗਾ? ਆੜ੍ਹਤੀਏ ਕੋਲ। ਅਤੇ ਜਦੋਂ ਇਹ ਕੰਮ ਹੋ ਗਿਆ, ਆੜ੍ਹਤੀਏ ਨੇ ਵੀ ਡਰਨਾ ਪੈਸੇ ਦੇਣ ਤੋਂ। ਕਿਤੇ ਨਾ ਕਿਤੇ ਅਸੀਂ ਖੇਤਾਂ ਦੇ ਸਾਧੂ ਨੂੰ ਮਾਰ ਰਹੇ ਹਾਂ। ਇਹ ਹੁਣ ਤੁਹਾਡੇ ਵਰਗੇ ਚੈਨਲਾਂ ਨੇ ਆਵਾਜ਼ ਜੇ ਚੱਕ ਲਈ ਤਾਂ ਸ਼ਾਇਦ ਅਸੀਂ ਬਚ ਜਾਈਏ। ਜੇ ਬਚ ਗਏ ਤਾਂ ਫਿਰ ਠੀਕ ਆ, ਨਹੀਂ ਤਾਂ ਮਰੇ ਤਾਂ ਹੈਗੇ ਹੀ ਆ। ਇਸ ਕਰਕੇ ਮੈਨੂੰ ਲੱਗਦਾ ਬਹੁਤੇ ਫਾਇਦੇ ਵਾਲੀ ਗੱਲ ਨਹੀਂ ਹੈਗੀ। ਹਾਂਜੀ, ਇਹ ਜਾਣੀ ਕਿ ਬਰਾਬਰ ਨੁਕਸਾਨ ਮੰਨਿਆ ਜਾਵੇ ਕਿਸਾਨਾਂ ਨੂੰ ਤੇ ਆੜ੍ਹਤੀਆਂ ਨੂੰ। ਦੇਖੋ, ਮੈਂ ਤਾਂ ਕਿਹਾ ਜਦੋਂ ਦੋਵਾਂ ਦੀ ਰਿਸ਼ਤੇਦਾਰੀ ਹੈ, ਜੋ ਤੁਸੀਂ ਉਹਦੇ ਵਿੱਚ ਤੀਜਾ ਆ ਕੇ ਤੋੜੂਗਾ, ਨੁਕਸਾਨ ਤਾਂ ਹੋਣਾ ਹੀ ਹੈ ਨਾ। ਮੈਂ ਕਹਿੰਦਾ ਕਿ 1% ਆੜ੍ਹਤੀਏ ਕੋਲ ਥੋੜ੍ਹੇ ਪੈਸੇ ਨੇ,
ਉਹ ਤਾਂ ਸ਼ਾਇਦ ਮਾੜਾ ਮੋਟਾ ਸੰਭਲ ਗਿਆ, ਪਰ ਉਹਦਾ ਵੀ ਤਾਂ ਕਿਤੇ ਨਾ ਕਿਤੇ ਵਿਚਾਰੇ ਦਾ ਕੰਮ ਜਿਹੜਾ ਮੈਨੂੰ ਪਤਾ ਕਿ ਲਿਮਟਾਂ ਲੁਮਟਾਂ ਤੇ ਚੱਲਦਾ, ਜੋ ਮੇਰੀ ਸਮਝ ਵਿੱਚ ਹੈ, ਉਹ ਕਿਸਾਨ ਦੀ ਪਰ ਗਰਜ ਜ਼ਰੂਰ ਸਾਰਦਾ। ਆੜਤੀਆ ਵੀ ਗਿਆ, ਕਿਸਾਨ ਵੀ ਗਿਆ। ਕਿਸਾਨ ਤਾਂ ਪਹਿਲਾਂ ਹੀ ਦੇਖੋ, ਤੁਸੀਂ ਪਿੰਡਾਂ ਵਿੱਚ ਜਾ ਕੇ ਦੇਖ ਲਿਓ, ਤੁਸੀਂ ਕੁਛ ਕਰਨ ਦੀ ਲੋੜ ਨਹੀਂ, ਕਿਸੇ ਬੈਂਕ ਮੈਨੇਜਰ ਕੋਲ ਬਹਿ ਜਾਓ, ਉਹਨੂੰ 10 ਮਿੰਟ ਚਾਹ ਦਾ ਕੱਪ ਪੀਓ, ਉਹਨੂੰ ਪੁੱਛੀ ਵੀ ਫਲਾਣੇ ਪਿੰਡ ਦੇ ਵਿੱਚ ਕਿੰਨੇ ਕੁ % ਲੋਕ ਆ ਜਿਨ੍ਹਾਂ ਨੇ ਲਿਮਟਾਂ ਨਹੀਂ ਲਈਆਂ। ਮੇਰਾ ਖਿਆਲ 90% ਤੋਂ ਉੱਪਰ ਲੋਕ ਜਿਹੜੇ ਆ ਉਹ ਕਰਜ਼ਾਈ ਨੇ। ਤੇ ਜਦੋਂ ਕਰਜ਼ਾਈ ਲੋਕ ਨੇ ਉਹ ਪਹਿਲਾਂ ਦੁਖੀ ਨੇ, ਤੁਸੀਂ ਉਹਨੂੰ ਹੋਰ ਦੁਖੀ ਕਰੋਗੇ, ਕਿਉਂਕਿ FCI ਨੂੰ ਤਾਂ ਇੱਕ ਆਰਡਰ ਕੱਢ ਦਿੱਤਾ ਕਿ ਤੂੰ ਐਂ ਕਰ ਦੇ। ਕਦੇ ਪ੍ਰੈਕਟੀਕਲ ਥੱਲੇ ਆ ਕੇ ਦੇਖਿਆ ਵੀ ਉਹਦੇ ਹਾਲਾਤ ਕੀ ਆ? ਉਹ ਵਿਚਾਰਾ ਆਪਣੇ ਬੱਚੇ ਕਿੱਥੋਂ ਪਾਲੂਗਾ? ਉਹ ਬੱਚਿਆਂ ਦੀ ਫੀਸ ਕਿੱਥੋਂ ਦੇਊਗਾ? ਅੱਜ ਚੰਗੇ ਸਕੂਲ ਵਿੱਚ ਬੱਚਾ ਨਹੀਂ ਪੜ੍ਹਾ ਪਾ ਰਿਹਾ, ਗਵਰਨਮੈਂਟ ਸਿਸਟਮ ਪਹਿਲਾਂ ਹੀ ਫੇਲ ਹੋਣ ਦਿਸਦੇ ਨੇ, ਤੁਹਾਨੂੰ ਵੀ ਪਤਾ ਹੈ। ਕਿਤੇ ਨਾ ਕਿਤੇ ਇਹ ਇਹੋ ਜਿਹੀ ਖੇਡ ਖੇਡੀ ਜਾ ਰਹੀ ਹੈ ਕਿ ਆਪਾਂ ਇਹਨਾਂ ਨੂੰ ਦਬਾਉਣਾ ਕਿਵੇਂ ਆ। ਮੈਂ ਤਾਂ ਇਹ ਕਹਾਂ ਕਿਤੇ ਨਾ ਕਿਤੇ ਅੰਦੋਲਨ ਨਾਲ ਜੋੜ ਕੇ ਦੇਖਿਆ ਜਾ ਰਿਹਾ, ਜੋ ਅੰਦੋਲਨ ਚੱਲ ਰਿਹਾ ਵੀ ਐਦਾਂ ਨਹੀਂ ਐਦਾਂ ਦਬਾ ਲਓ, ਇਹ ਕੋਈ ਰਾਹ ਲੱਭਿਆ ਜਾ ਰਿਹਾ, ਹੋਰ ਕੋਈ ਐਡੀ ਗੱਲ ਨਹੀਂ ਹੈਗੀ। ਅੱਛਾ ਸਮਰਾ ਸਾਹਿਬ, ਜਿੱਦਾਂ ਆਪਾਂ ਗੱਲ ਕੀਤੀ ਕਿ ਠੇਕੇ ਤੇ ਫਸਲਾਂ ਲੈ ਕੇ ਜਿਹੜੇ ਕਿਸਾਨ ਨੇ ਉਹ ਵਾਹੁੰਦੇ ਨੇ, ਜਾਂ ਜਿਹੜੇ NRI ਚਲੇ ਗਏ ਨੇ ਵਿਦੇਸ਼ਾਂ ਦੇ ਵਿੱਚ, ਉਹਨਾਂ ਦੀਆਂ ਫਸਲਾਂ ਇੱਥੇ ਕਿਸਾਨ ਠੇਕੇ ਤੇ ਲੈ ਲੈਂਦੇ ਨੇ। ਹੁਣ ਇਹਦਾ ਰਿਕਾਰਡ ਮੰਗ ਲਿਆ ਸਰਕਾਰ ਨੇ, FCI ਨੇ ਕਿਹਾ ਕਿ ਇਹਦਾ ਰਿਕਾਰਡ ਦਿਓ। ਇਹਨਾਂ ਦੇ ਕੋਲ ਰਿਕਾਰਡ ਤਾਂ ਹੈ ਨਹੀਂ, ਨਾ ਤਾਂ ਸ਼ਾਇਦ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਮਾਲਕ ਨੇ ਜ਼ਮੀਨਾਂ ਦੇ ਉਹ ਰਿਕਾਰਡ ਹੀ ਦੇਣਗੇ, ਤੇ ਇਹਨਾਂ ਦੀ ਫਸਲਾਂ ਦੀ ਅਦਾਇਗੀ ਹੋਵੇਗੀ ਕਿਵੇਂ ਫਿਰ ਇਸ ਵਾਰ? ਦੇਖੋ, ਇਹ ਤਾਂ ਇੱਕ ਪਾਲਿਸੀ ਹੈ ਬਈ ਇਹਨਾਂ ਨੂੰ ਬਰਬਾਦ ਕਿਵੇਂ ਕਰਨਾ। ਮੈਂ ਤਾਂ ਪਹਿਲਾਂ ਕਿਹਾ ਕਿ ਮੈਨੂੰ ਲੱਗਦਾ ਦੁਆਬੇ ਦੀ ਆਪਾਂ ਗੱਲ ਕਰ ਲਈਏ, ਦੁਆਬੇ ਦੀ ਧਰਤੀ ਤੇ ਬੈਠੇ ਹਾਂ, 50 ਤੋਂ 60% ਜਿਹੜੇ ਲੋਕ ਆ ਉਹ ਠੇਕੇ ਤੇ ਹੀ ਨਹੀਂ ਵਾਹੁੰਦੇ ਨੇ, ਤੇ ਠੇਕੇ ਤੇ ਵਾਹੁੰਦੇ ਨੇ ਤੇ ਉਹ ਰਿਕਾਰਡ ਦੇਣਗੇ ਕਿੱਥੋਂ? ਮੈਂ ਕਹਿੰਦਾ ਜੇ 1% ਅੱਜ ਕੱਲ੍ਹ ਆਨਲਾਈਨ ਰਿਕਾਰਡ ਹੈਗਾ ਰੈਵਨਿਊ ਡਿਪਾਰਟਮੈਂਟ ਕੋਲ, ਉੱਥੋਂ ਵੀ ਚੱਕ ਲੈਂਦੇ ਨੇ, ਤੇ ਉਹ ਪੇਮੈਂਟ ਕਿਸਾਨ ਦੇ ਖਾਤੇ 'ਚ ਤਾਂ ਜਾਣੀ ਨਹੀਂ। ਉਹ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਜਾਣੀ ਨਹੀਂ, ਉਹ ਪੇਮੈਂਟ ਕਿਤੇ ਨਾ ਕਿਤੇ ਰੁਲ ਜੂਗੀ, ਉਹ ਕਿਸਾਨ ਤਾਂ ਮਾਰਿਆ ਜਾਊਗਾ ਨਾ। ਕਿਉਂਕਿ ਮੈਨੂੰ ਆਪਣੇ ਪਰਿਵਾਰ ਦਾ ਪਤਾ, ਮੈਂ ਕਿਸੇ ਦੀ ਗੱਲ ਨਹੀਂ ਕਰਦਾ। ਅਸੀਂ ਜਦੋਂ ਫਸਲ ਬੀਜ ਲੈਂਦੇ ਨਾ, ਸਾਨੂੰ ਪਹਿਲਾਂ ਫਿਕਰ ਹੁੰਦਾ ਕਿ ਅਗਲੀ ਫਸਲ ਜੋਗੇ ਕੱਢ ਕੇ ਬਾਕੀ ਅਸੀਂ ਦੇਣਦਾਰੀਆਂ ਪੂਰੀਆਂ ਕਰ ਲਈਏ, ਤੇ ਜੇ ਮੈਨੂੰ ਸਾਲ ਭਰ ਪੈਸੇ ਨਾ ਮਿਲੇ ਮੈਂ ਤਾਂ ਮਾਰਿਆ ਗਿਆ। ਗੰਨੇ ਵਿੱਚ ਅੱਜ ਕੀ ਹੋ ਰਿਹਾ? ਗੰਨੇ ਵਿੱਚ ਵੀ ਤਾਂ ਪੇਮੈਂਟ ਐਂ ਹੀ ਕਹਿੰਦੇ ਸੀ ਵੀ ਚੈੱਕ ਮਿਲਿਆ ਕਰਨਗੇ ਜਾਂ ਤੁਹਾਡੇ ਅਕਾਊਂਟਾਂ 'ਚ ਆਉਣਗੇ, ਆਏ ਨੇ। ਬਾਹਲੀ ਦੂਰ ਕੀ ਜਾਣਾ, ਸਾਡੀ ਮੁੱਢ ਵਾਲੀ ਮਿਲ ਹੀ ਦੇਖ ਲਓ ਤੁਸੀਂ ਕੀ ਬਣਿਆ ਹੋਇਆ। ਇਸ ਕਰਕੇ ਬਹੁਤੀ ਮੈਨੂੰ ਲੱਗਦਾ ਇਹ ਕਿਸੇ ਚਲਾਕ ਦਿਮਾਗ ਦੀ, ਸ਼ਾਤਰ ਦਿਮਾਗ ਦੀ ਖੇਡ ਆ ਕਿ ਇਹਨਾਂ ਨੂੰ ਦਬਾਉਣਾ ਕਿਵੇਂ ਆ, ਦਬਾਉਣ ਲਈ ਇਹ ਸਭ ਕੁਝ ਹੋ ਰਿਹਾ। ਅੱਛਾ, ਇੱਕ ਤੇ NRI ਵਾਲਾ ਮੁੱਦਾ ਹੋ ਗਿਆ ਕਿ ਇਹਨਾਂ ਦੇ ਨਾਂ ਦੇ ਉੱਤੇ ਰਿਕਾਰਡ ਨੇ। ਇੱਕ ਪਿੰਡਾਂ ਦੇ ਵਿੱਚ ਜੇਕਰ ਦੇਖਿਆ ਜਾਏ ਤਾਂ ਦਾਦਿਆਂ ਪੜਦਾਦਿਆਂ ਦੇ ਨਾਂ ਦੇ ਉੱਪਰ ਜ਼ਮੀਨਾਂ ਸੀਗੀਆਂ, ਜਿਨ੍ਹਾਂ ਦੇ ਵਿੱਚੋਂ ਕਈ ਲੋਕ ਜਿਹੜੇ ਨੇ ਉਹ ਪੂਰੇ ਵੀ ਹੋ ਚੁੱਕੇ ਨੇ, ਉਹਨਾਂ ਦੇ ਨਾਂ ਤੇ ਅਜੇ ਤੱਕ ਜ਼ਮੀਨਾਂ ਬੋਲਦੀਆਂ ਆਉਂਦੀਆਂ ਨੇ। ਹੁਣ ਥੋੜ੍ਹਾ ਸਮਾਂ ਰਹਿ ਗਿਆ, ਫਸਲ ਆਉਣ ਵਾਲੀ ਹੈ ਕਣਕ ਦੀ, ਇੰਨੇ ਸਮੇਂ ਦੇ ਵਿੱਚ ਜਿਹੜਾ ਨਾਮ ਹੀ ਨਹੀਂ ਹੋ ਸਕਦੀ ਜ਼ਮੀਨ, ਤੇ ਇਹ ਲੋਕਾਂ ਨੂੰ ਕਿਹੜੀਆਂ ਪਰੇਸ਼ਾਨੀਆਂ ਆਉਣਗੀਆਂ? ਇਹਨਾਂ ਦੀ ਤਾਂ ਅਦਾਇਗੀ ਹੋਏਗੀ ਨਹੀਂ ਫਿਰ ਇਸ ਕਿਸਮ ਦੇ ਨਾਲ। ਦੇਖੋ, ਇਹ ਤਾਂ ਆਮ ਇਹ ਗੱਲ ਹੈ। ਹੁਣ ਮੈਂ ਹੀ ਹਾਂ, ਜੇ ਫਰਮ ਮੇਰੇ ਘਰ ਕੱਟ ਹੁੰਦੇ ਨੇ ਤੇ ਮੇਰੇ ਨਾਂ ਤਾਂ ਮੰਨ ਲਾ ਵੀ ਹੈ ਨਹੀਂ, ਇਹਦਾ ਮਤਲਬ ਤਾਂ ਮੈਨੂੰ ਵੀ ਨਹੀਂ ਪੈਸੇ ਮਿਲਣੇ। ਦੇਖੋ, ਇਹ ਕਿਤੇ ਨਾ ਕਿਤੇ ਮੈਂ ਤੁਹਾਨੂੰ ਪਹਿਲਾਂ ਕਿਹਾ, ਇਹ ਇੱਕ ਖੇਡ ਖੇਡੀ ਜਾ ਰਹੀ ਆ। ਬਹੁਤੇ ਲੋਕ ਇੱਦਾਂ ਨੇ ਜਿਨ੍ਹਾਂ ਵਿਚਾਰਿਆਂ ਦੀ ਜਾਇਦਾਦ ਨਾ ਨਹੀਂ ਹੋਈ। ਕਈ ਕਿਸਾਨ ਇੱਦਾਂ ਦੇ ਨੇ, ਪਹਿਲਾਂ ਵਿਚਾਰੇ ਉਹ ਥੋੜ੍ਹੀ ਪੈਲੀ ਹੁੰਦੀ ਹੈ, ਉਹ ਖਰਚੇ ਦੇ ਮਾਰੇ ਹੀ ਨਹੀਂ ਨਾਵੇਂ ਕਰਾਉਂਦੇ, ਉਹ ਕਹਿੰਦੇ ਯਾਰ ਚੱਲੀ ਜਾਂਦੀ ਪੀੜ੍ਹੀ ਦਰ ਪੀੜ੍ਹੀ। ਇਹ ਬਹੁਤ ਵੱਡੀ ਸਮੱਸਿਆ ਆਉਣ ਵਾਲੀ ਆ, ਜਿਹਦੇ ਵਿੱਚ ਮੈਨੂੰ ਤਾਂ ਐਂ ਲੱਗਦਾ ਸੀ ਵੀ ਜੇ 10 ਸਾਲ ਕਿਸਾਨ ਕੱਢਦਾ, 10 ਸਾਲ ਵੀ ਨਹੀਂ ਹੁਣ ਕੱਢੂਗਾ। ਕਿਉਂਕਿ ਉਹਦਾ ਕਾਰਨ ਕੀ ਆ, ਉਹਨੇ ਦਬ ਜਾਣਾ। ਕਿਉਂਕਿ ਤੁਹਾਨੂੰ ਪੰਜਾਬ ਦੇ ਵਿੱਚ ਕਿਉਂਕਿ ਮੈਂ ਪਿਛਲੇ ਸਾਲ ਜਦੋਂ ਸਾਡੀ ਖਰੀਦ ਚੱਲਦੀ ਸੀ ਨਾ, ਕਰੋਨਾ ਦੌਰ ਆਇਆ, ਉਦੋਂ ਮੈਂ ਬਹੁਤਾ ਕਿਸਾਨਾਂ ਦੇ ਟੱਚ 'ਚ ਰਿਹਾ। ਕਿਉਂਕਿ ਉਦੋਂ ਨਾ ਟੋਕਨ ਸਿਸਟਮ ਚਲਾਇਆ ਸੀ ਸਰਕਾਰ ਨੇ ਫਸਲ ਦਾ। ਉਦੋਂ ਟੋਕਨ ਸਿਸਟਮ 'ਚ ਕੀ ਪ੍ਰੋਬਲਮ ਆਈ ਸੀ, ਕਿਸਾਨਾਂ ਕੋਲ ਤਾਂ ਆਪਣੇ ਟਰੈਕਟਰ ਟਰਾਲੀਆਂ ਹੈ ਨਹੀਂ, ਕਿੱਲੇ ਵਾਲੇ ਕੋਲ, ਤੇ ਉਹ ਕਿੱਲੇ ਵਾਲਾ ਵਿਚਾਰਾ ਜ਼ਮੀਨ ਨਾਮ ਕਰਾਉਣ ਕਿੱਥੇ ਜਾਊ? ਜੇ ਉਹ 1 ਕਿੱਲਾ ਨਾਲ ਠੇਕੇ ਤੇ ਲੈ ਕੇ ਵਾਹੁੰਦਾ, ਉਹ ਠੇਕੇ ਵਾਲੇ ਦਾ ਰਿਕਾਰਡ ਨਹੀਂ ਦੇ ਪਾਉਣਾ। ਇਸ ਕਰਕੇ FCI ਨੂੰ ਤਾਂ ਸਿਰਫ ਇੱਕ, ਮੈਂ ਪਹਿਲਾਂ ਵੀ ਕਿਹਾ, ਇਹ ਇੱਕ ਫਰਮਾਨ ਦੇ ਦਿੱਤਾ ਕਿ ਇਹਨਾਂ ਨੂੰ ਰਗੜਨਾ ਕਿਵੇਂ ਆ। ਇਹ ਔਰ ਬਹੁਤ ਮਾੜਾ ਆ, ਔਰ ਇਹ ਸਰਕਾਰ ਨੂੰ ਵੀ, ਸੈਂਟਰ ਗਵਰਨਮੈਂਟ ਨੂੰ ਇਹਦਾ ਬਹੁਤ ਵੱਡਾ ਨੁਕਸਾਨ ਝੱਲਣਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ। ਮੈਨੂੰ ਲੱਗਦਾ ਕਿ ਇਹਨੂੰ ਹੁਣੇ ਵਾਪਸ ਲੈ ਲੈਣਾ ਚਾਹੀਦਾ। ਅੱਛਾ, ਇਹਦੇ ਵਿੱਚ ਕੋਈ ਆਪਸ਼ਨ ਵਗੈਰਾ ਦਿੱਤੀ ਗਈ ਹੈ ਕਿ ਜਿਹਦੇ ਕੋਲ ਰਿਕਾਰਡ ਨਹੀਂ ਹੈਗਾ ਜਾਂ ਜਿਹਦੇ ਨਾਂ ਦੇ ਉੱਪਰ ਜ਼ਮੀਨ ਨਹੀਂ ਹੈਗੀ, ਤਾਂ ਉਹ ਇਸ ਤਰੀਕੇ ਦੇ ਨਾਲ ਉਹਨੂੰ ਅਦਾਇਗੀ ਹੋ ਸਕਦੀ, ਜਾਂ ਉਹਦੀ ਅਦਾਇਗੀ ਆੜਤੀ ਦੇ ਅਕਾਊਂਟ 'ਚ ਹੋ ਸਕਦੀ ਹੈ? ਐਸਾ ਕੁਝ ਹੈ ਹੀ ਨਹੀਂ, ਕਿਉਂਕਿ ਸਾਨੂੰ ਸਿੱਧਾ ਫੰਡਾ ਉਹਨਾਂ ਕਹਿਤਾ ਕਿ ਜਿਹਦੇ ਨਾਂ ਦੇ ਉੱਪਰ ਜ਼ਮੀਨ ਹੈ, ਜਿਹਦੀ ਰਿਕਾਰਡ ਅਪਲੋਡ ਕਰੇਗਾ, ਉਹਨੂੰ ਅਦਾਇਗੀ ਹੋਏਗੀ, ਅਦਰਵਾਈਜ਼ ਨਹੀਂ ਹੋਏਗੀ। ਦੇਖੋ, ਐਕਚੁਅਲੀ ਮੈਂ ਤਾਂ ਦੱਸ ਦਿੱਤਾ ਕਿ ਉਹਨਾਂ ਨੇ ਚਿੱਠੀਆਂ ਕੱਢ ਦਿੱਤੀਆਂ, ਮਾਰਕੀਟ ਕਮੇਟੀ ਨੂੰ ਵੀ ਚਿੱਠੀ ਆਈ ਹੈ, ਉਹ 'ਚ ਸਾਫ਼ ਸ਼ਬਦਾਂ 'ਚ ਲਿਖਿਆ ਹੋਇਆ ਕਿ ਕਿਸਾਨ ਨੂੰ ਫਲਾਣੇ ਪੋਰਟਲ 'ਤੇ ਰਿਕਾਰਡ ਅਪਲੋਡ ਕਰਨਾ ਜ਼ਰੂਰੀ ਹੈ। ਨੰਬਰ 2 ਦੇ ਉੱਤੇ ਅਦਾਇਗੀ ਡਾਇਰੈਕਟ ਉਹਦੇ ਖਾਤੇ 'ਚ ਜਾਊਗੀ। 2 ਸ਼ਬਦ ਆ, ਤੀਜੀ ਤਾਂ ਗੱਲ ਹੀ ਹੈ ਨਹੀਂ। ਅੱਛਾ, ਅਦਾਇਗੀ ਵੀ ਉਹਦੇ ਖਾਤੇ 'ਚ ਹੀ ਜਾਏਗੀ ਜਿਹਦੇ ਨਾਂ ਦੇ ਉੱਪਰ ਜ਼ਮੀਨ ਹੋਵੇਗੀ? ਹਾਂ, ਬਿਲਕੁਲ। ਫਿਰ ਤਾਂ ਮਤਲਬ ਤਾਂ ਇਹੀ ਹੈ ਨਾ, ਜਦੋਂ ਉਹਨਾਂ ਨੇ ਜਾਂ ਤਾਂ ਵਿੱਚ ਆਪਸ਼ਨ ਰੱਖ ਦਿੰਦੇ ਨਾ ਕਿ ਤੁਸੀਂ ਵਿੱਚ ਲਿਖ ਦਿਓ ਕਿ ਮੈਂ ਫਲਾਨਾ ਸਿੰਘ ਦੀ ਜ਼ਮੀਨ ਠੇਕੇ ਤੇ ਵਾਹੁਣਾ, ਫਿਰ ਤਾਂ ਗੱਲ ਬਣਦੀ ਸੀ, ਹੈ ਨਾ। ਇਹ ਕਿਤੇ ਨਾ ਕਿਤੇ ਤੁਹਾਨੂੰ ਦੱਸਿਆ ਵੀ ਇਹ ਤਾਂ ਆੜਤੀਏ ਨੂੰ ਖਤਮ ਕਰਨ ਲਈ ਕੀਤਾ ਜਾ ਰਿਹਾ, ਕਿਉਂਕਿ ਇਹਨਾਂ ਨੂੰ ਇਹ ਪਤਾ ਜਿੰਨਾ ਚਿਰ ਆੜਤੀਆ ਜਿੰਦਾ। ਮੈਂ ਤੁਹਾਨੂੰ ਦੱਸਦਾ ਕਿ ਜਦੋਂ ਕਿਸਾਨ ਆੜਤੀਏ ਤੋਂ ਪੈਸੇ ਲੈਂਦਾ ਹੁੰਦਾ ਸੀ ਨਾ ਜ਼ਿਆਦੇ, ਉਦੋਂ ਕਦੇ ਕਰਜ਼ਾਈ ਨਹੀਂ ਸੀ ਹੋਇਆ, ਆਤਮ ਹੱਤਿਆ ਨਹੀਂ ਸੀ ਕਰਦਾ।
ਜਦੋਂ ਇਹਨਾਂ ਨੇ ਇਸ ਪ੍ਰਾਈਵੇਟ ਸਿਸਟਮ ਨੂੰ ਅੰਦਰ ਲਿਆ ਕੇ ਵਾੜਿਆ, ਮੈਨੂੰ ਇੱਕ ਦੱਸੋ, ਇੱਕ ਬੰਦੇ ਨੇ ਦੁਕਾਨ ਬਣਾਉਣੀ ਹੈ, ਉਹਦਾ ਵੀ ਕੁਝ ਦੇਖਿਆ ਜਾਂਦਾ ਕਿ ਇਹਦੀ ਰੀਅਲੀ ਇਨਕਮ ਇੰਨੀ ਆ, ਇਹਦੇ ਇੰਨੇ ਪੈਸੇ ਇਨਵੈਸਟ ਹੋਏ, ਫਿਰ ਉਹਨੂੰ ਲੋਨ ਦਿੱਤਾ ਜਾਂਦਾ ਨਾ। ਕਿਸਾਨ ਦਾ 1 ਕਿੱਲਾ ਆ, ਗਵਰਨਮੈਂਟ ਕਹਿੰਦੀ ਕਿ 40 ਤੋਂ 45 ਹਜ਼ਾਰ ਰੁਪਈਆ ਇਹਦੀ ਸਾਲ ਦੀ ਇਨਕਮ ਆ, ਬਸ ਸੈਂਟਰ ਗਵਰਨਮੈਂਟ ਕਹਿੰਦੀ ਆ, ਤੇ ਤੁਸੀਂ ਉਹਨੂੰ 8 ਲੱਖ ਦਾ ਕਰਜ਼ਾ ਕਿਵੇਂ ਦੇ ਦਿੱਤਾ? ਉਹ ਪਹਿਲਾਂ ਹੀ ਇਹ ਪਾਲਿਸੀ ਚੱਲ ਰਹੀ ਸੀ ਉਹਨਾਂ ਦੱਬਣ ਦੀ। ਹੁਣ ਜਦੋਂ ਕਰਜ਼ੇ ਦੱਬ ਚੁੱਕੇ, ਹੁਣ ਉਹਨਾਂ ਨੇ ਆਹ ਰਾਹ ਲੱਭ ਲਿਆ, ਪੇਮੈਂਟਾਂ ਨਹੀਂ ਆਉਣਗੀਆਂ, ਬੈਂਕਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਉਹ ਜਿਹੜੇ ਆ ਬੈਂਕਾਂ ਤੋਂ ਵੀ ਡਿਫਾਲਟਰ ਹੋ ਜਾਣਗੇ, ਉਹ ਖਤਮ ਹੋ ਜਾਣਗੇ। ਇਸ ਕਰਕੇ ਇਹ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ। ਮੈਂ ਤਾਂ ਇਹ ਕਹਾਂਗਾ ਕਿ ਬਹੁਤ ਸ਼ਾਤਰ ਦਿਮਾਗ ਜਿਹੜਾ ਨਾ ਕੋਈ, ਉਹਨੇ ਬੈਠ ਕੇ ਇਹ ਜਿਹੜਾ ਇਹਨੇ ਬਣਾਇਆ, ਇਹ ਆਰਡਰ ਬਣਾਇਆ ਔਰ ਥੋਪ ਦਿੱਤਾ ਗਿਆ। ਔਰ ਸਾਨੂੰ ਆਪ ਨੂੰ ਸਮਝ ਨਹੀਂ ਲੱਗ ਰਹੀ, ਆੜ੍ਹਤੀ ਸਾਡੇ ਕੋਲ ਰੋਜ਼ ਆਉਂਦੇ ਨੇ ਕੰਪਲੇਂਟ ਕਰਨ ਵੀ ਇਹਦਾ ਹੱਲ ਤੁਸੀਂ ਕਰੋ, ਚਿੱਠੀ ਕੱਢੋ। ਅਸੀਂ ਕਿਹਨੂੰ ਚਿੱਠੀ ਕੱਢੀਏ? ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਇਹਦਾ ਹੱਲ ਹੋ ਕੀ ਸਕਦਾ। ਜੇ ਨਹੀਂ ਹੋਊਗਾ, ਮੈਨੂੰ ਲੱਗਦਾ ਲੋਕ ਫਿਰ ਹੋਰ ਕਿਤੇ ਨਾ ਕਿਤੇ ਰੋਸ ਵਿੱਚ ਆਉਣਗੇ। ਇਸ ਕਰਕੇ ਸਰਕਾਰ ਨੂੰ ਬਦਲ ਲੈਣਾ ਚਾਹੀਦਾ। ਅੱਛਾ, ਇੱਕ ਆੜ੍ਹਤੀਆਂ ਨੂੰ ਜਿਹੜੀ ਕਮਿਸ਼ਨ ਹੁੰਦੀ ਸੀਗੀ, ਉਹ ਕਮਿਸ਼ਨ ਜਿਹੜੀ ਉਹ ਡਾਇਰੈਕਟ ਆੜ੍ਹਤੀਆਂ ਦੇ ਕੋਲ ਉਹ ਉਸੇ ਤਰੀਕੇ ਨਾਲ ਜਾਰੀ ਰਹੂਗੀ ਕਹਿੰਦੇ ਹੈ। ਮੈਨੂੰ ਲੱਗਦਾ ਉਹ ਤਾਂ ਭਲਕ ਨੂੰ ਇਹ ਵੀ ਕਹਿ ਸਕਦੇ ਤਾਂ ਹੁਣ ਜ਼ਰੂਰਤ ਨਹੀਂ ਹੈ, ਮਰਜ਼ੀ ਹੈ ਨਾ। ਕਿਉਂਕਿ ਜਦੋਂ ਤੁਸੀਂ ਕਾਨੂੰਨ ਤੋਂ ਬਾਹਰ ਜਾ ਕੇ ਕੰਮ ਕਰਨ ਲੱਗ ਪੈਂਦੇ ਹੋ ਨਾ, ਫਿਰ ਕੁਛ ਵੀ ਕਰਦੇ ਹੋ। ਸੈਂਟਰ ਗਵਰਨਮੈਂਟ ਅੱਜ ਸਿਰਫ ਇੱਕ ਈਗੋ ਲੈਵਲ 'ਚ ਫਸੀ ਹੋਈ ਹੈ। ਉਹਨੂੰ ਐਂ ਲੱਗਦਾ ਕਿ ਮੈਂ ਸਹੀ ਹਾਂ, ਤੇ ਜਦੋਂ ਇਨਸਾਨ ਬਹੁਤਾ ਕਹਿਣ ਲੱਗ ਜਾਂਦਾ ਮੈਂ ਸਹੀ ਹਾਂ, ਉਹ ਸਭ ਤੋਂ ਵੱਡਾ ਗਲਤ ਹੁੰਦਾ। ਇਹ ਗੱਲ ਯਾਦ ਰੱਖ ਲਿਓ। ਇਸ ਕਰਕੇ ਕਿਤੇ ਨਾ ਕਿਤੇ ਉਹ ਗਲਤੀ ਵਾਲਾ ਬੰਦਾ ਸਹੀ ਆਪਣੇ ਆਪ ਨੂੰ ਕਹਿ ਰਿਹਾ, ਇਸ ਕਰਕੇ ਹੋ ਰਿਹਾ। ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿਸਾਨ ਹੈ ਪਲੱਸ ਆੜ੍ਹਤੀਆ ਹੈ ਤੇ ਪਲੱਸ ਆਮ ਇਨਸਾਨ, ਹੁਣ ਮੈਂ ਆਮ ਇਨਸਾਨ ਦੀ ਗੱਲ ਕਿਉਂ ਕੀਤੀ ਇੱਥੇ, ਕਿਉਂਕਿ ਪੰਜਾਬ ਦਾ 70 ਤੋਂ 80% ਜਿਹੜਾ ਸਰਕਲ ਹੈ ਨਾ, ਉਹ ਖੇਤੀ ਨਾਲ ਸੰਬੰਧਿਤ ਹੈ। ਫਸਲ ਆਈ, ਆੜ੍ਹਤੀਏ ਨੇ ਆਪਣਾ ਕਮਿਸ਼ਨ ਕਮਾਇਆ, ਲੇਬਰ ਵਾਲੇ ਨੇ ਲੇਬਰ ਕਮਾਈ, ਕਿਸਾਨ ਨੂੰ 4 ਪੈਸੇ ਮਿਲੇ, ਉਹਨੇ ਠੇਕਾ ਵੀ ਦਿੱਤਾ, ਕੁਝ ਦੇਣ ਦੇ ਦਿੱਤਾ, ਕੁਛ ਉਹਨੇ ਮਾਰਕੀਟ ਜਾ ਕੇ ਆਪਣੀ ਖਰੀਦੋ ਫਰੋਖਤ ਕੀਤੀ। ਕਿਤੇ ਨਾ ਕਿਤੇ ਸਰਕਲ ਜਿਹੜਾ ਪੰਜਾਬ ਦਾ ਪੈਸੇ ਦਾ ਨਾ, ਖੇਤਾਂ 'ਚੋਂ ਨਿਕਲ ਕੇ ਚੱਲਦਾ। ਤੇ ਜਦੋਂ ਉਸੇ ਬ੍ਰੇਕਾਂ ਮਾਰ ਦਾਂਗੇ, ਛੋਟਾ ਵਪਾਰੀ ਮਾਰਿਆ ਗਿਆ, ਉਹਦੀ ਦੁਕਾਨ ਬੰਦ ਹੋ ਜਾਣੀ ਹੈ। ਹੁਣ ਮੈਂ ਆਪਣੇ ਘਰ ਦੀ ਗੱਲ ਕਰਾਂ, ਅਸੀਂ ਆਪ ਕਰਿਆਨੇ ਦਾ ਕਹਿ ਦਈਦਾ ਵੀ ਲਾਲਾ ਜੀ ਆਹ ਛਮਾਹੀ ਤੇ ਹਿਸਾਬ ਕਰਾਂਗੇ, ਤੇ ਜਦੋਂ ਮੈਨੂੰ ਪੈਸੇ ਨਹੀਂ ਮਿਲਣੇ, ਮੈਂ ਲਾਲਾ ਜੀ ਨੂੰ ਕਿੱਥੋਂ ਪੈਸੇ ਦੇਵਾਂਗਾ? ਇਸ ਕਰਕੇ ਇਹ ਸਾਰਿਆਂ ਨੂੰ ਮਾਰਿਆ ਜਾਣਾ। ਮੈਨੂੰ ਲੱਗਦਾ ਬਹੁਤੇ ਲੋਕਾਂ ਨੂੰ ਹਾਲੇ ਸਮਝ ਨਹੀਂ ਇਸ ਗੱਲ ਦੀ। ਉਹ ਕਹਿੰਦੇ ਨੇ ਕਿ ਇਕੱਲੇ ਕਿਸਾਨਾਂ ਦਾ ਰੌਲਾ ਹੈ ਜਾਂ ਇਹ ਕਿਸਾਨਾਂ ਨੂੰ ਦੱਬਣ ਲਈ, ਨਾ, ਉਹਨੇ ਛੋਟਾ ਕੋਈ ਨਹੀਂ ਛੱਡਣਾ। ਕਿਉਂਕਿ ਜਦੋਂ ਛੋਟੇ ਨੂੰ ਬਚਾਉਣਾ ਹੈ ਨਾ, ਉਹਦੇ ਲਈ ਸਾਨੂੰ ਪੂਰਾ, ਮੈਂ ਹਾਕੀ 'ਚੋਂ ਨਿਕਲ ਕੇ ਆਇਆ, ਮੇਰਾ ਇਹ ਤਜਰਬਾ ਕਿ ਅਸੀਂ 11 ਜਾਣੇ ਖੇਡਦੇ ਹੁੰਦੇ ਹਾਂ ਤੇ 5 ਬਾਹਰ ਵੀ ਬੈਠੇ ਹੁੰਦੇ ਆ। ਉਹ 16 ਦੇ 16 ਹੀ ਜਿਹੜੇ ਹੁੰਦੇ ਆ ਨਾ, ਉਹ 16 ਦਾ ਬਰਾਬਰ ਦਾ ਦਿਮਾਗ ਹੋਣਾ ਚਾਹੀਦਾ, ਬਰਾਬਰ ਦਾ ਫੈਸਲਾ ਲੈਣ ਦੀ ਸਮਰੱਥਾ ਹੋਣੀ ਚਾਹੀਦੀ, ਫਿਰ ਉਹ ਟੀਮ ਜਿੱਤਦੀ ਹੈ। ਇੱਥੇ ਤਾਂ ਇੱਕ ਦਿਮਾਗ ਚੱਲੀ ਜਾਂਦਾ, ਤੇ ਉਹ ਤਾਂ ਸਿਰਫ ਐਂ ਆ ਵੀ ਟੌਰ ਹੋ ਸਕਦੀ ਹੈ, ਕੈਟਕੁੱਟ ਸੋਹਣੀ ਪਾਈ ਹੋਵੇ, ਪਰ ਉਹ ਜਿੱਤ ਨਹੀਂ ਸਕਦਾ, ਨਾ ਉਹ ਖੇਡ ਹੀ ਸਕਦਾ। ਇਸ ਕਰਕੇ ਇਹ ਤਾਂ ਮੈਨੂੰ ਲੱਗਦਾ ਗਲਤ ਹੋ ਰਿਹਾ। ਅੱਛਾ ਸਮਰਾ ਸਾਹਿਬ, ਇਸ ਵਾਰ ਤਾਂ ਫਿਰ ਕਿਸਾਨ ਡਰਨਗੇ ਫਸਲ ਵੇਚਣ ਤੋਂ ਪਹਿਲਾਂ ਵੀ, ਕਿਉਂਕਿ ਅੱਗੇ ਤਾਂ ਪਤਾ ਹੁੰਦਾ ਸੀਗਾ ਕਿ ਇਸ ਆੜ੍ਹਤੀ ਨੂੰ ਦਿੱਤੀ ਹੈ ਫਸਲ, ਇਹਦੇ ਕੋਲੋਂ ਮੈਂ ਪੈਸੇ ਲੈ ਲੈਣੇ ਨੇ। ਹੁਣ ਜ਼ਿੰਮੇਵਾਰੀ ਕਿਹਦੀ ਹੈ? FCI ਦੇ ਉੱਪਰ ਯਕੀਨ ਕਿੱਦਾਂ ਕਰਨਗੇ ਕਿਸਾਨ, ਕਿਉਂਕਿ ਖੇਤੀ ਕਾਨੂੰਨਾਂ ਕਰਕੇ ਅੱਗੇ ਸਰਕਾਰ ਤੋਂ ਭਰੋਸਾ ਉੱਠ ਚੁੱਕਾ। ਦੇਖੋ, ਮੇਰੇ ਕੋਲ ਤਾਂ ਇੱਥੇ ਤੱਕ ਇਹ ਵੀ ਆਵਾਜ਼ਾਂ ਆਈਆਂ ਕਿ ਸਾਡੀ ਮੰਡੀ 'ਚ FCI ਖਰੀਦ ਨਾ ਕਰੇ, ਆੜ੍ਹਤੀ ਕਹਿੰਦੇ ਲਿਖ ਕੇ ਦੇ ਦਿੰਦੇ ਆ। ਗੱਲ ਇਹ ਆ, ਪਰ ਉਹਨਾਂ ਨੇ ਇੱਕ ਸ਼ੇਅਰ ਵੰਡਿਆ ਹੋਇਆ ਕਿ ਇੰਨੇ % ਮੰਡੀਆਂ FCI ਕੋਲ, ਇੰਨੀਆਂ ਮਾਰਕਫੈਡ ਕੋਲ, ਇੰਨੀਆਂ ਬਾਕੀ ਏਜੰਸੀਆਂ ਜਿੰਨੀਆਂ ਵੀ ਹੈਗੀਆਂ। ਤੇ ਉਹ ਕਿਤੇ ਨਾ ਕਿਤੇ ਹੁਣ ਮੇਰੇ ਪਿੰਡ ਦੇ ਵਿੱਚ ਹੀ ਆੜ੍ਹਤੀਆਂ ਨੇ ਇਕੱਠੇ ਹੋ ਕੇ ਕਿਹਾ ਮੈਨੂੰ ਵੀ ਸਮਰਾਏ ਵਿੱਚ ਕਿਸੇ ਤਰ੍ਹਾਂ ਹੋ ਨਹੀਂ ਸਕਦਾ ਵੀ FCI ਨਾ ਆਵੇ। ਜੇ ਹੱਲ ਹੈ ਕੋਈ ਇਸ ਤਰੀਕੇ ਨਾਲ ਹੋ ਸਕਦਾ? ਦੇਖੋ, ਕੱਲ ਕੋਈ ਆਰਡਰ ਆ ਜਾਣ ਤਾਂ ਵੱਖਰੀ ਗੱਲ, ਅੱਜ ਤੱਕ ਕੋਈ ਹੱਲ ਨਹੀਂ ਹੈ। ਮੈਨੂੰ ਲੱਗਦਾ ਕਿ ਇਹ ਕਿਸਾਨ ਦੇ ਅੰਦਰ ਇੱਕ ਹੋਰ ਡਰ ਪੈਦਾ ਕੀਤਾ ਗਿਆ ਕਿ ਭਾਈ ਤੈਨੂੰ ਅਸੀਂ ਬੰਦਾ ਇੱਦਾਂ ਨਹੀਂ ਇੱਦਾਂ ਬਣਾਵਾਂਗੇ, ਹੋਰ ਗਲਤ ਹੋ ਰਿਹਾ। ਔਰ ਇਹ ਜਦ ਤੁਸੀਂ ਹਿੰਦੁਸਤਾਨ ਦਾ, ਜੇ ਆਪਾਂ ਆਪਣਾ ਭਾਰਤ ਵਰਸ਼, ਮੈਂ ਕਹਾਂਗਾ ਭਾਰਤ ਵਰਸ਼ ਨੂੰ ਜੇ ਤੁਸੀਂ ਸੋਚ ਕੇ ਦੇਖੀਏ ਆਪਾਂ 70% ਲੋਕਾਂ ਨੂੰ ਥੋੜ੍ਹਾ ਦਬਾ ਸਕਦੇ ਹਾਂ। ਜੇ ਉਹ ਅੱਜ ਚੁੱਪ ਨੇ, ਉਹ ਹੋਰ ਦੱਬਣਗੇ, ਉੱਠਣਗੇ, ਚੀਕਾਂ ਮਾਰਨਗੇ। ਇਸ ਕਰਕੇ ਇਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ, ਕੋਈ ਐਡੀ ਗੱਲ ਨਹੀਂ ਹੈ। ਹੁਣ ਜੇ ਮੈਂ ਇਨਸਾਨ ਹਾਂ ਯਾਰ, ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਹੱਥ ਜੋੜ ਕੇ ਕਹਿ ਦੇਣਾ ਚਾਹੀਦਾ ਯਾਰ ਮੈਂ ਗਲਤ ਹਾਂ, ਮੇਰੇ ਤੋਂ ਗਲਤੀ ਹੋ ਗਈ, ਮੈਂ ਮਾਫੀ ਚਾਹੁੰਦਾ, ਤੁਹਾਨੂੰ ਆਹ ਚੰਗਾ ਲੱਗਦਾ ਆਪਾਂ ਕਰ ਲਈਏ। ਇਹਦੇ ਵਿੱਚ ਅਗਰ ਖਰੀਦ ਇਸੇ ਤਰ੍ਹਾਂ ਹੋਈ, ਮੰਨ ਲਓ, ਔਰ ਇਹ ਬੜੀ ਖਤਰਨਾਕ ਹੋਣੀ ਹੈ। ਮੰਨ ਲਓ ਪੇਮੈਂਟ ਰੁਕ ਜਾਂਦੀ ਹੈ, ਸਰਕਾਰਾਂ ਦੀਆਂ ਪਾਲਿਸੀਆਂ ਹੁੰਦੀਆਂ ਕਿ ਰੋਕ ਦਿਓ ਥੋੜ੍ਹਾ ਚਿਰ, ਕਿਸਾਨ ਅਗਲੀ ਫਸਲ ਲਈ ਲੇਬਰ ਕਿੱਥੋਂ ਦਊ? ਹੈ ਨਾ, ਕਿਸਾਨ ਅਗਲੀ ਫਸਲ ਲਈ ਬੀਜ ਕਿੱਥੋਂ ਲੈ ਕੇ ਆਊ? ਹੈ ਨਾ, ਕਿਸਾਨ ਨੂੰ ਤਾਂ ਹਰ ਚੀਜ਼ ਚਾਹੀਦੀ ਹੈ। ਦੇਖੋ, ਉਹਨੂੰ ਤਾਂ ਪੈਸੇ ਚਾਹੀਦੇ ਨੇ, ਉਹਨੂੰ ਪੈਸੇ ਨਾਲ ਜਾਣਾ। ਲੇਬਰ ਨੇ ਜੇ ਝੋਨਾ ਲਾਤਾ ਤਾਂ ਉਹਨੇ ਕਹਿਣਾ ਭਾਈ ਮੈਨੂੰ ਪੈਸੇ ਸਵੇਰੇ ਦੇ, ਮੈਂ ਜਾਣਾ। ਇਸ ਕਰਕੇ ਉਹ ਪੈਸੇ ਜਿਹੜੇ ਨੇ ਨਾ, ਉਹਨੂੰ ਨਗਦ ਚਾਹੀਦੇ ਨੇ। ਇਸ ਕਰਕੇ ਮੈਨੂੰ ਲੱਗਦਾ ਆੜ੍ਹਤੀਆਂ ਕੋਲ ਹੀ ਰਹਿਣੀ ਚਾਹੀਦੀ। ਮੈਂ ਤਾਂ ਇਸ ਫੇਵਰ 'ਚ ਹਾਂ। ਸਮਰਾ ਸਾਹਿਬ, ਜੇਕਰ ਇਹ ਇਸੇ ਤਰੀਕੇ ਨਾਲ ਅਦਾਇਗੀ ਹੁੰਦੀ ਹੈ ਤਾਂ ਇਹ ਤਾਂ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਜਾਏਗਾ। ਕਿਸਾਨ ਇਹਦੀ ਭਰਪਾਈ ਕਿੱਦਾਂ ਕਰਨਗੇ? ਕਿਸਾਨ ਫਸਲ ਵੇਚਣ ਤੋਂ ਡਰਨਗੇ, ਉਹਨਾਂ ਨੂੰ ਪੈਸਾ ਆਊਗਾ ਕਿਵੇਂ? ਹੁਣ ਕਿਸਾਨਾਂ ਲਈ ਕੋਈ ਆਪਸ਼ਨ, ਤੁਹਾਡਾ ਲੰਬਾ ਤਜਰਬਾ, ਤੁਸੀਂ ਮੰਨਦੇ ਹੋ ਕੋਈ ਆਪਸ਼ਨ ਹੈ ਕਿਸਾਨਾਂ ਦੇ ਕੋਲ ਇਸ ਤੋਂ ਇਲਾਵਾ ਕੋਈ? ਹੁਣ ਨਹੀਂ, ਕਿੱਥੇ ਵੇਚਣਗੇ? ਕਿਉਂਕਿ ਅਸੀਂ ਤਾਂ ਫੂਡ ਗ੍ਰੇਨ ਪੈਦਾ ਕਰਦੇ ਹਾਂ, ਫੂਡ ਸਟੱਫ ਤਾਂ ਕੰਪਨੀਆਂ ਬਣਾਉਂਦੀਆਂ ਨੇ।
ਜਾਂ ਤਾਂ ਸਾਡੇ ਕੋਲ ਇਹੋ ਜਿਹਾ ਤਰੀਕਾ ਹੋਵੇ ਕਿ ਅਸੀਂ ਇੱਕ ਯੂਨਿਟ ਬਣਾ ਲਈਏ ਭਾਈ, ਅਸੀਂ ਇਹ 'ਚੋਂ ਸਭ ਬਣਾ ਕੇ ਵੇਚਣ ਲੱਗ ਪਈਏ। ਅਸੀਂ ਇਦਾਂ ਕਰ ਨਹੀਂ ਸਕਦੇ। ਤੇ ਕਿਤੇ ਨਾ ਕਿਤੇ ਸਰਕਾਰ ਨੂੰ ਸੋਚਣਾ ਚਾਹੀਦਾ ਭਾਈ, ਜਿੱਥੇ ਜਾੜਿਆ ਨਾ ਉਹਨੂੰ ਬਚਾ ਲਈਏ, ਉਹਨੂੰ ਇਹ ਆਰਡਰ ਵਾਪਸ ਲੈ ਲੈਣੇ ਚਾਹੀਦੇ ਆ। ਜੇ ਨਹੀਂ ਲੈਂਦੇ ਤਾਂ ਤੁਸੀਂ ਦੇਖ ਲਿਓ 10 ਤਰੀਕ ਤੋਂ ਮੇਰਾ ਖਿਆਲ ਆੜ੍ਹਤੀਏ ਵੀ ਹੜਤਾਲ ਕਰ ਰਹੇ ਆ, ਤੇ ਕਿਸਾਨ ਵੀ ਕਿਤੇ ਨਾ ਕਿਤੇ ਪਰੇਸ਼ਾਨ ਹੋ ਜੂ। ਉਸ ਪਰੇਸ਼ਾਨੀ ਵਿੱਚ ਆਮ ਲੋਕ ਦਬਣੇ ਆ। ਬਿਲਕੁਲ, ਇਸ ਚੱਕਰ ਦੇ ਵਿੱਚ ਤਾਂ ਸ਼ਾਇਦ ਆੜ੍ਹਤੀਆਂ ਨੂੰ ਵੀ ਮੁਸ਼ਕਲਾਂ ਆਉਣਗੀਆਂ, ਕਿਉਂਕਿ ਕਿਸਾਨ ਨੇ ਆੜ੍ਹਤੀ ਤੋਂ ਜ਼ਿੰਮੇਵਾਰੀ ਮੰਗੂਗਾ ਵੀ ਮੈਂ ਤੈਨੂੰ ਫਸਲ ਦੇ ਰਿਹਾ, ਤੂੰ ਪੈਸੇ ਦੀ ਗਰੰਟੀ ਲੈਣਾ। ਦੇਖੋ ਆੜ੍ਹਤੀਆ ਤਾਂ ਅੱਜ ਪ੍ਰੈਸ਼ਰ 'ਚ ਆ ਗਿਆ, ਕਿਉਂਕਿ ਉਹਨੇ ਤਾਂ ਪਹਿਲਾਂ ਵੀ ਐਡਵਾਂਸ ਦਿੱਤਾ ਹੁੰਦਾ। ਤਕਰੀਬਨ 90% ਕਿਸਾਨ ਕੁਛ ਨਾ ਕੁਛ ਐਡਵਾਂਸ ਲੈਂਦੇ ਨੇ। ਅੱਛਾ, ਇੱਥੇ ਦੂਜੀ ਗੱਲ ਇਹ ਵੀ ਹੈ ਕਿ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਕਿ ਐਡਵਾਂਸ ਲਏ ਹੋਏ ਨੇ, ਹੋ ਸਕਦਾ ਕਿਸਾਨ ਨੂੰ ਪੇਮੈਂਟ ਨਾ ਆਵੇ, ਉਹ ਆੜ੍ਹਤੀ ਨੂੰ ਵੀ ਪੈਸੇ ਨਹੀਂ ਦੇਗਾ। ਇਹਦਾ ਜਿਹੜਾ ਕਿਹਾ ਜਾਂਦਾ ਕਿ ਕਿਸਾਨ ਤੇ ਆੜ੍ਹਤੀ ਦਾ 9 ਮਾਸ ਦਾ ਰਿਸ਼ਤਾ ਹੈ, ਉਹ ਵੀ ਤੜ ਹੋਣ ਦੀ ਜਿਹੜਾ ਖਤਰਾ ਸਾਹਿਬ। ਦੇਖੋ ਰਿਸ਼ਤਾ ਤਾਂ ਟੁੱਟਣਾ ਹੀ ਟੁੱਟਣਾ, ਨਾਲ ਕੋਰਟ 'ਚ ਦੋਨੇ ਧੱਕੇ ਖਾਣਗੇ। ਉਹਦੇ ਪੈਸੇ ਮਰਦੇ ਉਹ ਤਾਂ ਦੌੜਾ ਫਿਰੂ, ਕਿਸਾਨ ਦੇ ਪੈਸੇ ਨਹੀਂ ਆਏ ਤਾਂ ਦੌੜਾ ਫਿਰੂ। ਕਿਤੇ ਨਾ ਕਿਤੇ ਅਸਥਿਰਤਾ ਫੈਲੇਗੀ। ਜਦੋਂ ਅਸਥਿਰਤਾ ਫੈਲਦੀ ਹੈ ਨਾ, ਜਿਸ ਪਰਿਵਾਰ 'ਚ ਅਸਥਿਰਤਾ ਫੈਲ ਜਾਵੇ ਉਹ ਪਰਿਵਾਰ ਦੁਖੀ ਹੋ ਜਾਂਦਾ। ਤੇ ਮੈਨੂੰ ਲੱਗਦਾ ਜਿਹੜਾ ਦੇਸ਼ ਦਾ ਰਾਜਾ ਹੁੰਦਾ ਨਾ, ਸਭ ਤੋਂ ਪਹਿਲਾਂ ਆਪਣੇ ਦੇਸ਼ ਪਰਿਵਾਰ ਹੁੰਦਾ, ਉਸ ਪਰਿਵਾਰ ਨੂੰ ਖੁਸ਼ ਰੱਖਦਾ। ਉਹਨੂੰ ਕਹਿੰਦਾ ਭਾਈ ਕੋਈ ਤਕਲੀਫ ਨਾ ਆਵੇ। ਹੁਣ ਮੇਰੇ ਇੱਕ ਬੇਟੀ ਹੈ, ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਯਾਰ ਉਹਦੀ ਜਿਹੜੀ ਮਾੜੀ ਮੋਟੀ ਜ਼ਰੂਰਤ ਮੈਂ ਪੂਰੀ ਕਰਾਂ। ਤੇ ਰਾਜਾ ਵੀ ਤਾਂ ਦੇਸ਼ ਦਾ ਇੱਕ ਕਿਸਮ ਦਾ ਮਾਈ ਬਾਪ ਹੈ, ਉਹਨੂੰ ਸੋਚਣਾ ਚਾਹੀਦਾ ਇਹ ਗੱਲ। ਇਹ ਕਿਤੇ ਨਾ ਕਿਤੇ ਇਹ ਰਿਸ਼ਤੇ ਤੋੜਨ ਲਈ ਕੀਤਾ ਜਾ ਰਿਹਾ, ਇਹ ਤਾਂ ਦਬਾਉਣ ਦੀ ਕੋਸ਼ਿਸ਼ ਕੀਤੀ। ਹੁਣ ਮੈਂ ਚਲੋ ਇਸ ਟੌਪਿਕ ਦੀ ਗੱਲ ਨਹੀਂ, ਤੁਸੀਂ ਆਵਾਜ਼ ਉਠਾਉਂਦੇ ਸੀ, ਪੰਜਾਬੀ ਮੀਡੀਆ ਵਾਲਿਆਂ ਨੇ ਖੁੱਲ੍ਹ ਕੇ ਆਵਾਜ਼ ਉਠਾਈ, ਤੁਹਾਨੂੰ ਨਹੀਂ ਦਬਾਇਆ ਗਿਆ, ਤੁਹਾਡੇ ਤੇ ਪ੍ਰੈਸ਼ਰ ਨਹੀਂ ਪਾਇਆ ਗਿਆ। ਇਹ ਤਾਂ ਦੇਖੋ ਇਹਨਾਂ ਨੂੰ ਐਂ ਲੱਗਦਾ ਕਿ ਭਾਈ ਇਹ ਸਾਰੇ ਸਕੇ ਨੇ। ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜਾ ਵੀ ਕੋਈ ਮੂਵਮੈਂਟ ਚੱਲੀ ਉਹ ਸਾਡੇ 'ਚੋਂ ਚੱਲੀ ਹੈ। ਜੇ ਅਸੀਂ ਇਸ ਮੁਲਕ ਲਈ ਸਵਾਰਿਆ, ਉਹ ਸਾਡਿਆਂ ਨੇ ਪਹਿਲ ਕੀਤੀ ਹੈ। ਅੱਜ ਵੀ ਪੂਰੇ ਦੇਸ਼ ਦਾ ਸਵਾਰ ਹੋਣਾ ਜੋ ਹੋ ਰਿਹਾ। ਅਗਰ ਇਹਦਾ ਵੀ ਵਿਰੋਧ ਕੀਤਾ ਨਾ, ਸਭ ਤੋਂ ਪਹਿਲਾਂ ਤੁਸੀਂ ਕੀਤਾ ਭਾਈ। FCI ਨੇ ਚਿੱਠੀ ਕੱਢੀ, ਅਸੀਂ ਨਹੀਂ ਇਸ ਗੱਲ ਨੂੰ ਮੰਨਦੇ, ਔਰ ਬੜਾ ਗਲਤ ਹੈ। ਮੈਨੂੰ ਲੱਗਦਾ ਕਿਸਾਨ ਜਿਹੜੇ ਜਥੇਬੰਦੀਆਂ ਹੈ, ਇਹਨੂੰ ਬਹੁਤ ਜ਼ੋਰ ਨਾਲ ਉਸ ਮੁੱਦੇ ਵਿੱਚ ਐਡ ਕਰਨਾ ਚਾਹੀਦਾ, ਇਸ ਗੱਲ ਨੂੰ ਵੀ ਭਾਈ। ਇਹ ਜਿੱਦਾਂ ਤੁਸੀਂ ਦੱਸ ਰਹੇ ਹੋ, ਇਹ ਤਾਂ ਜਿੱਦਾਂ ਖੇਤੀ ਕਾਨੂੰਨ ਖਤਰਨਾਕ ਨੇ, ਉਸੇ ਤਰੀਕੇ ਦੇ ਨਾਲ ਇਹ ਵੀ ਖਤਰਨਾਕ ਹੈਗਾ। ਕਿਸਾਨ ਜਥੇਬੰਦੀਆਂ ਵੀ ਉਸ ਪੱਧਰ ਤੇ ਕਿਉਂ ਨਹੀਂ ਅਜੇ ਇਹਨੂੰ ਚੁੱਕ ਰਹੀਆਂ? ਦੇਖੋ ਉਹਦਾ ਹੀ ਪਾਰਟ ਹੈ, ਉਹਦਾ ਇਹ ਪਾਰਟ ਹੈ ਕਿ ਤੁਸੀਂ ਜਦੋਂ ਕਿਸੇ ਨੂੰ ਦਬਾਉਣ ਤੇ ਆਉਂਦੇ ਹੋ, ਉਹ ਹਰ ਹੀਲਾ ਬਣਾਉਂਦੇ ਹੋ। ਉਹਦਾ ਹੀ ਇੱਕ ਯੂਨਿਟ ਆ ਖੜਾ ਕਰ ਲਿੱਤਾ ਉਹਨੇ ਕਿ ਭਾਈ ਐਂ ਤਰ੍ਹਾਂ ਵੀ ਦਬ ਲੂੰ ਮੈਂ। ਪਰ ਇਹ ਹੁਣ ਦੇਖਣਾ ਹੈਗਾ ਕਿ ਸਾਡੀ ਗਵਰਨਮੈਂਟ ਕੀ ਸਟੈਂਡ ਲੈਂਦੀ, ਸਟੇਟ ਗਵਰਨਮੈਂਟ, ਕਿਉਂਕਿ ਸਟੇਟ ਐਗਰੀਕਲਚਰ ਸਟੇਟ ਸਬਜੈਕਟ ਹੈ, ਹੈਲਥ ਸਟੇਟ ਸਬਜੈਕਟ ਹੈ, ਐਜੂਕੇਸ਼ਨ ਸਟੇਟ ਸਬਜੈਕਟ ਹੈ। ਅੱਛਾ, ਸਟੇਟ ਕੋ ਕੋਈ ਪਾਵਰ ਹੈ ਇਸ ਤਰੀਕੇ ਦੀ ਕਿ ਸਿੱਧੀ ਅਦਾਇਗੀ ਨਾ ਹੋਵੇ? ਹੈ, ਸਭ ਕੁਛ ਹੀ ਆ। ਸਟੇਟ ਉੱਥੇ ਆਪਣਾ ਕੁਛ ਨਾ ਕੁਛ ਕਰ ਸਕਦੀ ਹੈ, CM ਸਾਹਿਬ ਕਰ ਸਕਦੇ ਆ। ਦੇਖੋ ਪ੍ਰੋਬਲਮ ਕੀ ਹੈ, ਸਟੇਟ ਤੇ ਕਰਜ਼ਾ ਕਿਤੇ ਨਾ ਕਿਤੇ ਇਸ ਦੀ ਸਮੱਸਿਆ ਆ ਰਹੀ ਆ। ਮੈਂ ਕਹਿਣ ਲੱਗਾ ਜੱਕਦਾ ਨਹੀਂ ਹੁੰਦਾ, ਅੱਜ ਸਾਡੇ ਤੇ 2,70,000 ਕਰੋੜ ਦਾ ਕਰਜ਼ਾ, ਕਿਤੇ ਨਾ ਕਿਤੇ ਉਹਦੀ ਪ੍ਰੋਬਲਮ ਆ ਰਹੀ ਆ। ਉਹਦੇ ਕਰਕੇ ਥੋੜਾ ਹੋ ਰਿਹਾ। ਨਹੀਂ ਸਟੇਟ ਪੂਰਾ ਇਹਦੇ ਲਈ ਜ਼ਿੰਮੇਵਾਰੀ ਲੈਂਦੀ ਹੈ। ਸਟੇਟ ਕੁਛ ਨਾ ਕੁਛ ਲੱਭੇਗੀ। ਉਹਨਾਂ ਜਿਹੜੀਆਂ ਆਪਣੀਆਂ ਸਟੇਟ ਦੀਆਂ ਏਜੰਸੀਆਂ ਹੈਗੀਆਂ, ਉਹਨਾਂ ਨੇ ਸਿੱਧੀ ਅਦਾਇਗੀ ਕਰਨੀ ਹੈ, ਚਾਹੇ ਮਾਰਕਫੈਡ ਹੈ, ਚਾਹੇ ਕੋਈ ਹੋਰ ਹੈ। ਪ੍ਰੋਬਲਮ ਤਾਂ FCI ਨੇ ਕੀਤੀ। ਜਿੱਥੇ ਉਹਦਾ ਸ਼ੇਅਰ ਹੈ ਉੱਥੇ ਪੰਗਾ ਪਊਗਾ। ਕਿਸਾਨ ਡਰਦਾ ਉਸ ਮੰਡੀ 'ਚ ਨਹੀਂ ਵੜੂਗਾ। ਉਹ ਕਹਿੰਦਾ ਯਾਰ ਮੈਂ ਇੱਥੋਂ ਟਰਾਲੀ ਟਰੈਕਟਰ ਜਾਂ ਕਿਸੇ ਦਾ ਮੰਗ ਕੇ ਮੈਂ ਹੋਰ ਮੰਡੀ ਚਲੇ ਜਾਵਾਂ, ਉੱਥੇ ਵੇਚ ਲਾਂ ਜਾਂ ਕਿਸੇ ਤਰ੍ਹਾਂ ਜੋ ਵੀ ਹੈ। ਪਰ ਕਿਤੇ ਨਾ ਕਿਤੇ ਉੱਤੇ ਵਿਚਾਰੇ ਤੇ ਹੋਰ ਲੋਡ ਪਾਇਆ ਜਾ ਰਿਹਾ। ਆੜ੍ਹਤੀਏ ਨੂੰ ਬਰਬਾਦ ਕਰਨ ਦਾ ਤਰੀਕਾ ਲੱਭਿਆ ਜਾ ਰਿਹਾ, ਕਿਸਾਨ ਦੇ ਪਰਿਵਾਰ ਨੂੰ ਬਰਬਾਦ ਕਰਨ ਦਾ ਤਰੀਕਾ ਲੱਭਿਆ ਜਾ ਰਿਹਾ, ਔਰ ਛੋਟੇ ਮਜ਼ਦੂਰ ਨੂੰ, ਛੋਟੇ ਵਪਾਰੀ ਨੂੰ ਖਤਮ ਕਰਨ ਦਾ ਇਹ ਇੱਕ ਉਹਨਾਂ ਨੇ ਰਾਹ ਅਪਣਾ ਲਿਆ। ਤੇ ਮੈਨੂੰ ਲੱਗਦਾ ਕਿ ਜੇ ਅਸੀਂ ਨਾ ਉੱਠੇ, ਨਾ ਇਹਦਾ ਹੋਕਾ ਦਿੱਤਾ, ਤੇ ਆਪਾਂ ਮੈਨੂੰ ਲੱਗਦਾ ਬਹੁਤ ਬਰਬਾਦ ਹੋ ਜਾਵਾਂਗੇ, ਕਿਉਂਕਿ ਉਹ ਓਵਰਆਲ ਖਾਣਾ ਤਾਂ ਅਸੀਂ ਭੋਜਨ ਹੀ ਆ। ਅੱਛਾ, ਇਹ ਜਿਹੜਾ ਰਿਕਾਰਡ ਅਪਲੋਡ ਕਰਨਾ ਹੈ, ਇਹ FCI ਦੀ ਵੈਬਸਾਈਟ ਦੇ ਉੱਪਰ ਕਰਨਾ ਹੋਵੇਗਾ? ਇਹ ਕਿਸਾਨ ਤੁਹਾਡੇ ਤੋਂ ਆ ਕੇ ਕਰਵਾਉਣਗੇ ਜਾਂ ਕਿੱਦਾਂ ਕਰਨਗੇ? ਇਹਨਾਂ ਨੇ ਕਿਹਾ ਹੈਗਾ ਵੀ ਆੜ੍ਹਤੀਏ ਨੂੰ ਬਈ ਉਹ ਦੇਵੇ, ਆੜ੍ਹਤੀਆ ਸਾਡੇ ਕੋਲ ਜਾਊਗਾ। ਹੁਣ ਪ੍ਰੋਬਲਮ ਇਹ ਆ ਗਈ, ਆੜ੍ਹਤੀਆ ਕਹਿੰਦਾ ਭਾਈ ਮੈਂ ਨਹੀਂ ਕਰਦਾ, ਮੈਂ ਤਾਂ ਸਟ੍ਰਾਈਕ ਤੇ ਚੱਲਾਂ। ਹੁਣ ਕਿਸਾਨ ਇਕੱਠਾ ਹੋ ਕੇ ਕਿੱਥੇ ਜਾਊਗਾ? ਉਹਦੇ ਪੈਸੇ ਵੀ ਗਏ ਆੜ੍ਹਤੀਏ ਦੇ, ਕਿਸਾਨ ਦੀ ਅਗਲੀ ਫਸਲ ਦਾ ਫਿਕਰ ਪੈ ਗਿਆ, ਦੋਨੇ ਮਾਰੇ ਗਏ। ਮਾਰਕੀਟ ਕਮੇਟੀ ਨੂੰ ਜੇ ਫੀਸਾਂ ਘਟਦੀਆਂ ਨੇ, ਅੱਜ ਜੋ RDF ਹੈ ਨਾ, ਉਹ ਮਾਰਕੀਟ ਕਮੇਟੀ ਕਮਾ ਕੇ ਦਿੰਦੀ ਸਰਕਾਰ ਨੂੰ। ਫਿਰ ਸਾਡੀਆਂ ਜੋ ਤੁਹਾਨੂੰ ਸੜਕਾਂ ਬਣੀਆਂ ਦਿਸਦੀਆਂ ਨਾ, ਉਹ ਕਿਤੇ ਨਾ ਕਿਤੇ ਮੰਡੀ ਬੋਰਡ ਕਮਾ ਕੇ ਉੱਥੇ ਪੈਸੇ ਭੇਜਦਾ, ਫਿਰ ਕੰਮ ਚੱਲਦਾ। ਇਹ ਓਵਰਆਲ ਸਟੇਟ ਗਵਰਨਮੈਂਟ ਨੂੰ ਵੀ ਲੋਸ ਹੈ ਇਸ ਚੀਜ਼ ਦਾ। ਉਹ ਵੀ ਕਿਤੇ ਨਾ ਕਿਤੇ ਘਾਟਾ ਸਾਹਮਣੇ ਆਵੇਗਾ ਨਾ। ਦੇਖੋ ਜਦੋਂ ਕੋਈ ਘਰ ਦੇ ਵਿੱਚ ਹੈ ਨਾ, ਇੱਕ ਖੂੰਜੇ 'ਚ ਅੱਗ ਲੱਗਦੀ ਹੈ, ਜੇ ਉਹਨੂੰ ਨਾ ਬੁਝਾਈਏ ਸਮੇਂ ਸਿਰ, ਉਹ ਸਾਰਾ ਘਰ ਜਲ ਜਾਂਦਾ। ਇਹ ਮੈਨੂੰ ਲੱਗਦਾ ਇਹ ਸਾਰੀ ਖੇਤੀ ਦਾ ਨੁਕਸਾਨ ਹੋਣਾ। ਮੈਂ ਤਾਂ ਇਕੱਲੇ ਪੰਜਾਬ ਦੀ ਗੱਲ ਨਹੀਂ ਇੱਥੇ ਕਰਦਾ। ਅੱਛਾ, ਪਹਿਲਾਂ ਹੀ ਕਿਹਾ ਜਾਂਦਾ ਸੀਗਾ ਕਿ ਫਸਲ ਵਾਢੀ ਆ ਗਈ, ਕਿਸਾਨਾਂ ਨੂੰ ਹੁਣ ਦਿੱਲੀ ਤੋਂ ਮੁੜਨਾ ਪਵੇਗਾ। ਲੱਗਦਾ ਤੇ ਨਹੀਂ ਕਿ ਇਹ ਕੋਈ ਚਾਲ ਆ ਕਿ ਕਿਸਾਨਾਂ ਨੂੰ ਇਸ ਮਸਲੇ ਦੇ ਵਿੱਚ ਉਲਝਾਉਣ ਦੀ? ਦਿੱਲੀ ਤੋਂ ਵਾਪਸ ਆਉਣ ਕਿਸਾਨ, ਹੁਣ ਦਫ਼ਤਰਾਂ 'ਚ ਧੱਕੇ ਖਾਣ, ਇੱਥੇ ਅਪਲੋਡ ਕਰਾਉਣ ਜਾਂ ਆਪਣੇ ਨਾਂ 'ਤੇ ਜ਼ਮੀਨਾਂ ਕਰਾਉਣ। ਹੁਣ ਮੈਨੂੰ ਐਂ ਲੱਗਦਾ ਕਿ ਸਾਡੇ ਪੋਲੀਟੀਸ਼ੀਅਨ ਜਿੰਨੇ ਵੀ ਹੈਗੇ ਨਾ, ਉਹ ਬੜੀ ਹਿਸਟਰੀ ਨਹੀਂ ਪੜ੍ਹਦੇ। ਜਿੰਨਾ ਚਿਰ ਤੁਸੀਂ ਇਤਿਹਾਸ ਨਹੀਂ ਪੜ੍ਹਦੇ ਨਾ, ਤੁਸੀਂ ਚੰਗੇ ਰਾਜੇ ਨਹੀਂ ਬਣ ਸਕਦੇ।
1906 ਦੇ ਵਿੱਚ ਸੰਘਰਸ਼ ਸ਼ੁਰੂ ਹੋਇਆ ਸੀ। ਚਾਚਾ ਅਜੀਤ ਸਿੰਘ ਹੋਣੀ ਤੇ ਭਗਤ ਸਿੰਘ ਦੇ ਪਿਤਾ ਜੀ ਹੋਣੀ ਕੀਤਾ ਸੀ। 9 ਮਹੀਨੇ ਬਾਅਦ 3 ਕਾਨੂੰਨ ਉਦੋਂ ਵੀ ਆਏ ਸੀ, ਅੰਗਰੇਜ਼ ਨੂੰ ਵਾਪਸ ਲੈਣੇ ਪਏ ਸੀ। 9 ਮਹੀਨੇ ਚੱਲਿਆ ਸੀ, 9 ਮਹੀਨੇ ਉਦੋਂ ਕੋਈ ਆਇਆ ਸੀ? ਕਿਉਂਕਿ ਸਾਡੇ ਵਾਲੇ ਤਾਂ ਇਦਾਂ ਦੇ ਆ, ਉਹ ਕੰਮ ਵੀ ਕਰੀ ਜਾਂਦੇ ਆ ਤੇ ਆਪਣੇ ਜੰਗ ਵੀ ਲੜੀ ਜਾਂਦੇ ਆ। ਇਹ ਕਿਤੇ ਨਾ ਕਿਤੇ ਮੈਨੂੰ ਐਂ ਲੱਗਦਾ ਅਸਲ ਵਿੱਚ ਪਰਿਵਾਰਵਾਦ ਆ ਗਿਆ ਨਾ। ਬਹੁਤਾ ਸਿਆਣੇ ਬੰਦੇ ਨਹੀਂ ਹੁੰਦੇ, ਉਹ ਫਲਾਣੇ ਦਾ ਪੋਤਾ ਜੀ, ਇਹ ਦੋਤਾ, ਉਹ ਲੀਡਰ ਬਣ ਜਾਂਦੇ ਨੇ, ਪਿੱਛੇ ਜਾਂਦੇ ਨਹੀਂ। ਜੇ ਇਹਨਾਂ ਲੋਕਾਂ ਨੇ ਹਿਸਟਰੀ ਪੜ੍ਹੀ ਹੁੰਦੀ ਹੈ ਨਾ ਤੇ ਸ਼ਾਇਦ ਇਹੋ ਪੰਗਾ ਨਾ ਲੈਂਦੇ। ਜਦੋਂ 1909 'ਚ ਅਸੀਂ ਜਿੱਤ ਸਕਦੇ ਤਾਂ ਮੈਨੂੰ ਲੱਗਦਾ ਆ 2021 'ਚ ਵੀ ਜਿੱਤਾਂਗੇ ਯਾਰ, ਕੋਈ ਐਡੀ ਗੱਲ ਨਹੀਂ ਹੈ। ਹਾਲੇ ਬਹੁਤਾ ਸਮਾਂ ਨਹੀਂ ਹੋਇਆ, ਕਿਉਂਕਿ ਖੂਨ ਉਹੀ ਹੈ, ਸੋਚ ਉਹੀ ਹੈ, ਜੋਸ਼ ਵੀ ਉਹੀ ਹੈ। ਤੇ ਅੱਜ ਤਾਂ ਮੈਂ ਕੱਲ੍ਹ ਇੱਕ ਲੇਖ ਪੜ੍ਹ ਰਿਹਾ ਸੀਗਾ, ਬੜਾ ਵਧੀਆ ਲਿਖਿਆ ਉਹਨੇ। ਕਹਿੰਦਾ ਪੰਜਾਬੀਆਂ ਨੇ ਹੋਸ਼ ਔਰ ਜੋਸ਼ ਦਾ ਬੜਾ ਸੁਮੇਲ ਬਣਾਇਆ। ਸਿਆਣੇ ਬਜ਼ੁਰਗ ਜਿਹੜੇ ਨਾ ਸਾਡੇ, ਉਹਨਾਂ ਦੀ ਸਲਾਹ ਅਤੇ ਨੌਜਵਾਨਾਂ ਦੀ ਜੋਸ਼ ਰਲ ਕੇ ਕੰਮ ਕਰ ਰਿਹਾ। ਅੱਜ ਜਾ ਕੇ ਦੇਖੋ ਦਿੱਲੀ ਦੇ ਵਿੱਚ ਉਹਨਾਂ ਨੇ ਪੂਰਾ ਉਹਨੂੰ ਕੱਸ ਕੇ ਰੱਖਿਆ ਹੋਇਆ। ਉਦੋਂ ਬਾਅਦ ਆਪਣੀ ਖੇਤੀਬਾੜੀ ਵੀ ਸਾਂਭਦੇ ਆ, ਆਪਣਾ ਕੰਮ ਵੀ ਕਰਦੇ ਆ। ਮੈਨੂੰ ਲੱਗਦਾ 1906 ਵਾਲੀ ਹਿਸਟਰੀ ਇਹਦੀ ਇੱਕ ਕਾਪੀ ਹੈ ਨਾ, ਸੈਂਟਰਲ ਗਵਰਨਮੈਂਟ ਦੇ ਹਰ ਮਿਨਿਸਟਰ ਨੂੰ, ਹਰ MP ਨੂੰ ਪੜ੍ਹ ਲੈਣੀ ਚਾਹੀਦੀ ਹੈ। ਜਦੋਂ ਉਦੋਂ ਵੜੇ ਰਹੇ ਤਾਂ ਜੇ ਹੁਣ 9 ਮਹੀਨੇ ਤਾਂ 9 ਸਾਲ ਲੱਗਣ ਤਾਂ ਵੀ ਨਹੀਂ ਉੱਠਦੇ। ਮੈਨੂੰ ਐਂ ਲੱਗਦਾ ਕਿ ਇਹ ਖੂਨ ਇੱਦਾਂ ਦਾ, ਇਹ ਜਦੋਂ ਆਵਾਜ਼ ਆਪਣੇ ਹੱਕ ਲਈ ਖੜਾ ਹੋ ਜਾਂਦਾ ਨਾ ਤੇ ਫਿਰ ਪਿੱਛੇ ਨਹੀਂ ਮੁੜਦਾ। ਮੈਨੂੰ ਇਹ ਬੜੀ ਸ਼ਾਂਤਮਈ ਤਰੀਕੇ ਨਾਲ ਉੱਥੇ ਸੰਘਰਸ਼ ਹੋ ਰਿਹਾ, ਕੋਈ ਐਡੀ ਗੱਲ ਨਹੀਂ। ਜਿਹੜੀ ਇਹਨਾਂ ਨੂੰ ਵਹਿਮ ਹੈ ਕਿ ਵਾਪਸ ਆ ਜਾਣਗੇ ਨਾ, ਇਹ ਨਹੀਂ ਹੋਣਾ। ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਤਾਂ ਇੱਕ ਇਹ ਗੱਲ ਹੈ ਬਈ, ਜੇ ਕੋਈ ਦੂਜਾ ਗਿਆ ਨਾ ਤੇ ਗਵਾਂਢੀ ਵੀ ਆ ਜਾਂਦਾ, ਕਹਿੰਦਾ ਯਾਰ ਟੋਕਰਾ ਚੱਕ, ਮੈਂ ਪੱਠੇ ਪਾ ਦਿੰਦਾ ਤੇਰੇ। ਦੂਜਾ ਗਵਾਂਢੀ ਕਹਿੰਦਾ ਮੈਂ ਵੱਢ ਕੇ ਛੱਡ ਦਿੱਤੇ ਨੇ, ਹਾਕ ਮਾਰ ਕੇ ਜਾਂਦੇ ਨੇ। ਤੇ ਜਿੱਥੇ ਇੱਦਾਂ ਦੀ ਸਾਂਝ ਹੋਵੇ ਨਾ, ਜਿੱਥੇ ਪੰਗਤ ਦੇ ਬਹਿ ਕੇ ਪ੍ਰਸ਼ਾਦਾ ਛਕਿਆ ਜਾਂਦਾ ਹੋਵੇ ਨਾ, ਉਹ ਕੌਮਾਂ ਹਾਰਦੀਆਂ ਨਹੀਂ ਹੁੰਦੀਆਂ ਕਦੇ ਵੀ। ਕਿਉਂਕਿ ਸਾਡੀ ਤਾਂ ਹਿਸਟਰੀ ਹੈ ਆ, ਸਾਨੂੰ ਸਰੋਵਰ ਦਿੱਤੇ ਗਏ, ਨਿਸ਼ਾਨੀ ਆ ਕਿ ਏਕਤਾ ਦੀ। ਤੇ ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਇਸ ਕੰਮ ਲਈ ਹੈ ਨਾ, ਕਿ ਇਕੱਠੇ ਹਾਂ ਅਸੀਂ, ਇੱਕ ਮੁੱਠ ਹੈ। ਤੇ ਜਿੰਨਾ ਚਿਰ ਸਾਨੂੰ ਆਪਣੀ ਹਿਸਟਰੀ ਯਾਦ ਹੈ ਤੇ ਮੈਨੂੰ ਲੱਗਦਾ ਨਹੀਂ ਖਿਲਾਰਾ ਪੈਣ ਲੱਗਾ। ਇਸ ਕਰਕੇ ਮੰਨ ਜਾਣਾ ਚਾਹੀਦਾ, ਕਿਉਂਕਿ ਅੱਗੇ ਰਾਜਾ ਪੈਦਾ ਹੁੰਦਾ ਸੀਗਾ ਮਾਤਾ ਦੇ ਪੇਟ 'ਚੋਂ। ਅੱਜ ਰਾਜਾ ਜਿਹੜਾ ਮਾਤਾ ਦੇ ਪੇਟ 'ਚੋਂ ਨਹੀਂ ਪੈਦਾ ਹੁੰਦਾ, ਉਹ ਜਿਹੜਾ ਆ ਉਹ ਵੋਟ ਵਾਲੇ ਬਾਕਸ 'ਚ ਪੈਦਾ ਹੁੰਦਾ। ਲੋਕਾਂ ਨੇ ਵੋਟਾਂ ਪਾਉਣੀਆਂ ਫਿਰ ਰਾਜਾ ਬਣਦਾ। ਕਿਤੇ ਨਾ ਕਿਤੇ ਇਹਨਾਂ ਲੋਕਾਂ ਨੂੰ ਯਾਦ ਜਿਹਾ ਭੁੱਲ ਜਾਂਦਾ। ਮੈਨੂੰ ਲੱਗਦਾ ਹਲੂਣਾ ਦੇਣਾ ਚਾਹੀਦਾ ਥੋੜ੍ਹਾ ਜਿਹਾ। ਬਿਲਕੁਲ, ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਜਿੱਥੇ ਇੱਕ ਪਾਸੇ ਕਿਸਾਨ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਡਟੇ ਹੋਏ ਨੇ, ਤਾਂ ਦੂਜੇ ਪਾਸੇ ਜਿਹੜਾ FCI ਦੇ ਵੱਲੋਂ ਜਿਹੜਾ ਇਹ ਵੱਡਾ ਫੈਸਲਾ ਲਿਆ ਗਿਆ, ਇਹਦਾ ਵੱਡੇ ਪੱਧਰ ਤੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ ਜੇਕਰ ਇਸ ਫੈਸਲੇ ਦੇ ਅਧੀਨ ਹੀ ਇਸ ਵਾਰ ਫਸਲਾਂ ਦੀ ਅਦਾਇਗੀ ਹੋਵੇਗੀ। ਬਹਰਹਾਲ ਜਿਹੜੀਆਂ ਨੇ ਉਹ ਲੈਟਰਾਂ ਜਿਹੜੀਆਂ ਨੇ FCI ਦੇ ਵੱਲੋਂ ਕੱਢ ਦਿੱਤੀਆਂ ਗਈਆਂ ਨੇ, ਆੜ੍ਹਤੀਆਂ ਨੂੰ ਇਸ ਵਾਰ ਅਦਾਇਗੀ ਨਹੀਂ ਹੋਵੇਗੀ, ਸਿੱਧਾ ਕਿਸਾਨਾਂ ਦੇ ਅਕਾਊਂਟ ਦੇ ਵਿੱਚ ਅਦਾਇਗੀ ਹੋਵੇਗੀ। ਪਰ ਅਦਾਇਗੀ ਤਾਂ ਹੀ ਹੋਵੇਗੀ ਜੇਕਰ ਕਿਸਾਨਾਂ ਦੇ ਨਾਮ ਦੇ ਉੱਪਰ ਜ਼ਮੀਨ ਹੋਵੇਗੀ। ਜਿਹਦੇ ਨਾਮ ਦੇ ਉੱਪਰ ਜ਼ਮੀਨ ਹੋਵੇਗੀ ਉਸੇ ਕਿਸਾਨ ਨੂੰ ਅਦਾਇਗੀ ਹੋਵੇਗੀ। ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਨੁਕਸਾਨ ਹੋਵੇਗਾ, ਕਿਉਂਕਿ ਬਹੁ ਗਿਣਤੀ ਦੇ ਜਿਹੜੇ ਕਿਸਾਨ ਨੇ ਉਹਨਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਫਸਲਾਂ ਬੀਜੀਆਂ ਹੋਈਆਂ ਨੇ। ਹੁਣ ਇਸ ਤੋਂ ਇਲਾਵਾ ਜੇਕਰ ਕੋਈ ਦੂਜੀ ਆਪਸ਼ਨ ਆਉਂਦੀ ਹੈ ਤਾਂ ਹੀ ਕਿਸਾਨਾਂ ਨੂੰ ਜਿਹੜੀ ਅਦਾਇਗੀ ਹੋ ਸਕੇਗੀ, ਨਹੀਂ ਤਾਂ ਇਸ ਵਾਰ ਜਿਹੜਾ ਉਹ ਕਿਸਾਨਾਂ ਨੂੰ ਵੱਡਾ ਨੁਕਸਾਨ ਇਸ ਫੈਸਲੇ ਦੇ ਨਾਲ ਹੋ ਸਕਦਾ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੂ, TV ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।